ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ। ਗੋਦੀ ਜਿਹਦੀ ਚ ਪਲ ਕੇ ਜਵਾਨ ਹੋਇਆ ਉਹ ਮਾਂ ਛੱਡ ਦੇ ਤੇ ਗ੍ਰਾਂ ਛੱਡ ਦੇ। ਜੇ ਪੰਜਾਬੀ ਪੰਜਾਬੀ ਕੂਕਣਾ ਹੀ ਜਿੱਥੇ ਖੜਾ ਖਲੋਤਾ ਏ ਥਾਂ ਛੱਡ ਦੇ। ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ। ਇਹ ਜਿਹੜੀਆਂ ਸਤਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹ ਉਸਤਾਦ ਦਾਮਨ ਦੀਆਂ ਨੇ। ਤੇ ਅੱਜ ਆਪਾਂ ਗੱਲ ਕਰਨੀ ਆ ਪਾਕਿਸਤਾਨੀ ਪੰਜਾਬੀ ਕਵਿਤਾ ਦੇ ਬਾਰੇ, ਜਿਸ ਨੂੰ ਸੰਪਾਦਿਤ ਕੀਤਾ ਜਸਵਿੰਦਰ ਸਿੰਘ ਸੈਣੀ ਨੇ ਅਤੇ ਡਾਕਟਰ ਪਰਮਜੀਤ ਸਿੰਘ ਮੀਸ਼ਾ ਨੇ। ਅਸਲ ਦੇ ਵਿੱਚ ਤਾਂ ਇਸ ਕਿਤਾਬ ਦੇ ਬਹਾਨੇ ਆਪਾਂ ਪਾਕਿਸਤਾਨੀ ਪੰਜਾਬੀ ਸਾਹਿਤ ਬਾਰੇ, ਪਾਕਿਸਤਾਨੀ ਪੰਜਾਬੀ ਕਵਿਤਾ ਬਾਰੇ, ਉਸ ਦੀ ਪਰਿਭਾਸ਼ਾ, ਉਸ ਦਾ ਖੇਤਰ, ਉਸ ਦੇ ਲੱਛਣ ਅਤੇ ਉਸ ਦੀਆਂ ਕਵਿਤਾਵਾਂ ਦੇ ਵਿਸ਼ਿਆਂ ਨਾਲ ਤੁਹਾਡੀ ਜਾਣ ਪਛਾਣ ਕਰਾਵਾਂਗੇ, ਤੁਹਾਡੇ ਨਾਲ ਸਾਂਝ ਪਵਾਵਾਂਗੇ। ਸਭ ਤੋਂ ਪਹਿਲੀ ਗੱਲ ਕਿ ਭਾਰਤੀ ਪੰਜਾਬ ਭਾਵ ਚੜ੍ਹਦੇ ਪੰਜਾਬ ਵਿੱਚ ਓਨੇ ਪੰਜਾਬੀ ਨਹੀਂ ਵਸਦੇ ਜਿੰਨੇ ਪੰਜਾਬੀ ਭਾਸ਼ਾ ਬੋਲਣ ਵਾਲੇ, ਜਿਨ੍ਹਾਂ ਦੀ ਮਾਦਰੀ ਜ਼ਬਾਨ ਪੰਜਾਬੀ ਆ, ਉਹ ਪਾਕਿਸਤਾਨ ਦੇ ਵਿੱਚ ਵਸਦੇ ਨੇ। ਪਰ ਪਾਕਿਸਤਾਨੀ ਪੰਜਾਬ ਵਿੱਚ ਮਾਦਰੀ ਜ਼ਬਾਨ ਦੀ ਸੂਰਤ ਹਾਲ ਕੋਈ ਬਹੁਤੀ ਚੰਗੀ ਨਹੀਂ। ਉਸ ਪੰਜਾਬ ਵਿੱਚ ਨਾ ਤਾਂ ਪੰਜਾਬੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਆ ਤੇ ਨਾ ਹੀ ਇਹ ਤਾਲੀਮ ਦਾ ਜ਼ਰੀਆ ਹੈ। ਉੱਥੇ ਸਰਕਾਰੀ ਦਫ਼ਤਰਾਂ ਦੀ ਭਾਸ਼ਾ ਵੀ ਪੰਜਾਬੀ ਨਹੀਂ, ਕੇਵਲ 94 ਸਕੂਲਾਂ ਅਤੇ ਕਾਲਜਾਂ ਵਿੱਚ ਪੰਜਾਬੀ 94 ਵਿਸ਼ੇ ਵਜੋਂ ਹੀ ਪੜ੍ਹਾਈ ਜਾਂਦੀ ਹੈ। ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਤੇ ਉਸ ਦੇ ਕੁਝ ਕਾਲਜਾਂ ਵਿੱਚ ਭਾਵਾਂ MA ਕਰਵਾਈ ਜਾਂਦੀ ਹੈ ਤੇ PhD ਤੱਕ ਦੀ ਵਿਵਸਥਾ ਹੈ। ਪਰ ਹਾਕਮ ਜਮਾਤਾਂ ਨੇ ਪਾਕਿਸਤਾਨ ਦੀ ਕਾਇਮੀ ਸਮੇਂ ਹੀ ਉਰਦੂ ਨੂੰ ਕੌਮੀ ਜ਼ਬਾਨ ਮੰਨ ਲਿਆ ਤੇ ਜ਼ਬਾਨ ਨੂੰ ਅੱਗੋਂ ਧਰਮ ਨਾਲ ਨੱਥੀ ਕਰ ਦਿੱਤਾ। ਉੱਥੇ ਸਥਿਤੀ ਇੱਥੋਂ ਤੱਕ ਮਾੜੀ ਆ ਕਿ ਪਾਕਿਸਤਾਨ ਦੀ ਪੰਜਾਬ ਦੀ ਅਸੈਂਬਲੀ ਵਿੱਚ ਜੇ ਮੈਂਬਰਾਂ ਨੇ ਪੰਜਾਬੀ ਵਿੱਚ ਬੋਲਣਾ ਹੋਵੇ ਤਾਂ ਉਸ ਲਈ ਵੀ ਪਹਿਲਾਂ ਇਜਾਜ਼ਤ ਲੈਣੀ ਪੈਂਦੀ ਆ। ਪਰ ਇਹ ਗੱਲ ਵੀ ਸੱਚੀ ਆ ਕਿ ਪਾਕਿਸਤਾਨ ਵਿੱਚ ਸਭ ਤੋਂ ਵੱਧ ਜੇ ਕੋਈ ਜ਼ਬਾਨ ਬੋਲੀ ਜਾਂਦੀ ਆ ਤਾਂ ਉਹ ਪੰਜਾਬੀ ਬੋਲੀ ਜਾਂਦੀ ਆ। ਉੱਥੋਂ ਦਾ ਜਿਹੜਾ ਸਮਾਜਿਕ ਸੱਭਿਆਚਾਰਕ ਗਤੀਵਿਧੀਆਂ ਨੇ ਉਹਦੀ ਜ਼ਬਾਨ ਵੀ ਪੰਜਾਬੀ ਆ। ਪੰਜਾਬੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਅਦਬ ਰਚਿਆ ਜਾ ਰਿਹਾ, ਸਾਹਿਤ ਰਚਿਆ ਜਾ ਰਿਹਾ, ਕਵਿਤਾ ਰਚੀ ਜਾ ਰਹੀ ਹੈ ਤੇ ਪੰਜਾਬੀ ਨੂੰ ਉਸ ਦਾ ਹੱਕੀ ਸਥਾਨ ਦਿਵਾਉਣ ਲਈ ਉੱਥੇ ਵੱਖ-ਵੱਖ ਸਮੇਂ ਲਹਿਰਾਂ ਵੀ ਚੱਲਦੀਆਂ ਰਹਿੰਦੀਆਂ ਤੇ ਉੱਥੋਂ ਦੇ ਜਿਹੜੇ ਵਸਿੰਦੇ ਨੇ ਉਹ ਆਵਾਜ਼ ਵੀ ਉਠਾਉਂਦੇ ਰਹਿੰਦੇ ਨੇ। ਤੇ ਜਿਨ੍ਹਾਂ ਇਸ ਪਾਕਿਸਤਾਨੀ ਪੰਜਾਬੀ ਕਵਿਤਾ ਦੇ ਵਿੱਚ ਜਿਹੜੀ ਕਿਤਾਬ ਹੈਗੀ ਆ ਉਸ ਵਿੱਚ ਉਸਤਾਦ ਦਾਮਨ, ਬਾਬਾ ਨਜ਼ਮੀ, ਹਬੀਬ ਜ਼ਾਲਬ ਦੀਆਂ ਤਾਂ ਇਸ ਪੱਖੋਂ ਕਵਿਤਾਵਾਂ ਅਹਿਮ ਨੇ ਕਿ ਉਹ ਕਵਿਤਾਵਾਂ ਸਿੱਧੇ ਤੌਰ 'ਤੇ ਹੀ ਪੰਜਾਬੀ ਭਾਸ਼ਾ ਨਾਲ ਉਹ ਕਵਿਤਾਵਾਂ ਸੰਬੰਧਿਤ ਨੇ। ਇੱਧਰਲੇ ਪੰਜਾਬ ਵਿੱਚ ਵੀ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਦੇਸ਼ ਵੰਡ ਤੋਂ ਪਹਿਲਾਂ ਵੀ ਕਵਿਤਾਵਾਂ ਲਿਖੀਆਂ ਜਾਂਦੀਆਂ ਰਹੀਆਂ ਤੇ ਬਾਅਦ ਦੇ ਵਿੱਚ ਵੀ ਲਿਖੀਆਂ ਜਾਂਦੀਆਂ ਰਹੀਆਂ। ਉਹ ਚਾਹੇ ਧਨੀ ਰਾਮ ਚਾਤ੍ਰਿਕ ਹੋਵੇ, ਚਾਹੇ ਫਿਰੋਜ਼ਦੀਨ ਸ਼ਰਫ ਹੋਵੇ, ਚਾਹੇ ਅੱਜ ਕੱਲ੍ਹ ਜਿਵੇਂ ਸੁਰਜੀਤ ਪਾਤਰ ਪੰਜਾਬੀ ਭਾਸ਼ਾ ਬਾਰੇ ਕਵਿਤਾਵਾਂ ਲਿਖ ਰਹੇ ਨੇ। ਪਰ ਇੱਕ ਗੱਲ ਬੜੀ ਸਪਸ਼ਟ ਹੈਗੀ ਆ ਕਿ ਜਿਹੜੀ ਪਾਕਿਸਤਾਨੀ ਪੰਜਾਬੀ ਕਵਿਤਾ ਹੈ ਉਹ ਇੱਕ ਪਾਸੇ ਤਾਂ ਜਿਹੜੀ ਪਾਕਿਸਤਾਨੀ ਇਲਾਕੇ ਦੇ ਵਿੱਚ, ਪਾਕਿਸਤਾਨ ਦੇ ਵਿੱਚ ਪੰਜਾਬੀ ਦੀ ਭਾਸ਼ਾ ਜਾਂ ਕੁਝ ਲੋਕਾਂ ਦੀ ਇਹਦੇ ਬਾਰੇ ਸੋਚ ਮਾੜੀ ਆ, ਉਹਦੇ ਬਾਰੇ ਆਪਣੇ ਵਲਵਲੇ ਪੇਸ਼ ਕਰਦੇ ਆ। ਦੂਸਰੇ ਪਾਸੇ ਪੰਜਾਬੀ ਭਾਸ਼ਾ ਦਾ ਗੌਰਵਗਾਨ ਕਰਦੇ ਆ। ਜਦੋਂ ਕਿ ਭਾਰਤੀ ਪੰਜਾਬ ਵਿੱਚ ਗੌਰਵਗਾਨ ਦੇ ਨਾਲ ਨਾਲ ਭਾਸ਼ਾ ਦੇ ਮਸਲੇ ਦੇ ਉੱਪਰ ਜਿਹੜੀ ਕਾਵ ਚਿੰਤਨ ਵੀ ਹੁੰਦਾ ਹੈ, ਖਾਸ ਕਰਕੇ ਜੇ ਅਸੀਂ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਨੂੰ ਦੇਖੀਏ ਤਾਂ ਇੱਕ ਤਰ੍ਹਾਂ ਨਾਲ ਭਾਸ਼ਾ ਹੈ ਜਿਹੜੀ ਉਹ ਇੱਕ ਮੁੱਖ ਵਿਸ਼ੇ ਵਜੋਂ ਪਾਕਿਸਤਾਨੀ ਪੰਜਾਬੀ ਕਵਿਤਾ ਦੇ ਵਿੱਚ ਉੱਭਰਦਾ ਹੈਗਾ। ਜਿਹੜਾ ਦੂਸਰੀ ਮਹੱਤਵਪੂਰਨ ਗੱਲ ਆ ਉਹ ਇਹ ਕਿ ਪਾਕਿਸਤਾਨੀ ਜੇ ਅਸੀਂ ਪੰਜਾਬੀ ਸਾਹਿਤ ਨੂੰ ਪਰਿਭਾਸ਼ਾਬੱਧ ਕਰਨਾ ਹੋਵੇ ਤਾਂ ਪਰਿਭਾਸ਼ਾਬੱਧ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿ 1947 ਤੋਂ ਬਾਅਦ ਦੇਸ਼ ਵੰਡੇ ਜਾਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਲਗਭਗ 1950 ਤੋਂ ਬਾਅਦ ਜਿਹੜੀ ਕਵਿਤਾ
ਪਾਕਿਸਤਾਨ ਦੇ ਭੂਗੋਲਿਕ ਖਿੱਤੇ ਦੇ ਵਿੱਚ, ਪਾਕਿਸਤਾਨੀ ਪੰਜਾਬ ਦੇ ਭੂਗੋਲਿਕ ਖਿੱਤੇ ਵਿੱਚ ਲਿਖੀ ਗਈ ਉਸ ਕਵਿਤਾ ਨੂੰ ਪਾਕਿਸਤਾਨੀ ਪੰਜਾਬੀ ਕਵਿਤਾ ਉਸ ਨੂੰ ਆਖ ਸਕਦੇ ਹਾਂ। ਹੁਣ ਮਸਲਾ ਇਹ ਕਿ ਪਾਕਿਸਤਾਨ ਦੀ ਜਿਹੜੀ ਇਹ ਕਵਿਤਾ ਹੈ, ਇਸ ਕਵਿਤਾ ਦੀ ਪੰਜਾਬੀ ਕਵਿਤਾ ਨਾਲ ਸਾਂਝ ਕੀ ਆ, ਜਾਂ ਭਾਰਤੀ ਪੰਜਾਬੀ ਕਵਿਤਾ ਨਾਲ ਸਾਂਝ ਕੀ ਆ, ਤੇ ਵਖਰੇਵੇਂ ਕੀ ਆ। ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜਿਹੜਾ ਪਾਕਿਸਤਾਨ ਆ ਉਸ ਦਾ ਜਿਹੜਾ ਆਧਾਰ ਆ ਉਹ ਦੋ ਕੌਮਾਂ ਦੇ ਸਿਧਾਂਤ 'ਤੇ ਹੋਇਆ। ਕਿ ਉਸ ਸਮੇਂ ਜਿਹੜੀ ਜਦੋਂ ਬਸਤੀਵਾਦੀਆਂ ਦੇ ਖਿਲਾਫ, ਹਾਕਮਾਂ ਦੇ ਖਿਲਾਫ, ਗੋਰੇ ਹਾਕਮਾਂ ਦੇ ਖਿਲਾਫ ਸਾਰੇ ਪੰਜਾਬੀਆਂ ਨੇ, ਸਾਰੇ ਹਿੰਦੁਸਤਾਨੀਆਂ ਨੇ ਆਜ਼ਾਦੀ ਦੀ ਲੜਾਈ ਲੜੀ, ਪਰ ਇਸ ਖਿੱਤੇ ਜਾਂ ਦੇਸ਼ ਨੂੰ ਕਮਜ਼ੋਰ ਕਰਨ ਲਈ ਬਸਤੀਵਾਦੀ ਹਾਕਮਾਂ ਨੇ ਧਰਮ ਦੇ ਆਧਾਰ 'ਤੇ, ਜਾਤ ਦੇ ਆਧਾਰ 'ਤੇ ਮਨੁੱਖ ਨੂੰ ਪਹਿਲਾਂ ਵੀ ਵੰਡਣਾ ਸ਼ੁਰੂ ਕਰ ਦਿੱਤਾ ਸੀ। ਪਰ ਇਸ ਜਿਹੜੀ ਵੰਡ ਆ ਧਰਮ ਦੇ ਆਧਾਰ 'ਤੇ, ਇਹਦਾ ਆਧਾਰ ਆ ਜਿਹੜਾ ਉਹ ਦੋ ਕੌਮਾਂ ਦਾ ਸਿਧਾਂਤ ਬਣਿਆ। ਮੁਸਲਮਾਨਾਂ ਵਿੱਚ ਵਿਚਾਰ ਪੈਦਾ ਹੋ ਗਿਆ ਕਿ ਜਮਹੂਰੀਅਤ ਦੇ ਜ਼ਮਾਨੇ ਵਿੱਚ ਸਮੁੱਚੇ ਮੁਲਕ ਅੰਦਰ ਉਹ ਧਾਰਮਿਕ ਘੱਟ ਗਿਣਤੀ ਹੋਣ ਕਰਕੇ ਉਹਨਾਂ ਨੂੰ ਰਾਜ ਕਰਨ ਦਾ ਮੌਕਾ ਨਹੀਂ ਮਿਲਣਾ। ਇਸ ਲਈ ਮਿਸਟਰ ਜਿਨਾਹ ਨੇ ਦੋ ਕੌਮਾਂ ਦਾ ਸਿਧਾਂਤ ਦਿੱਤਾ, ਤੇ ਜਿਸ ਨੂੰ ਅੰਗਰੇਜ਼ ਹਾਕਮਾਂ ਨੇ ਪ੍ਰਵਾਨ ਕਰ ਲਿਆ। ਸਿੱਟੇ ਵਜੋਂ ਜਿਹੜਾ ਦੇਸ਼ ਆ ਉਹ ਧਰਮ ਦੀ ਆਬਾਦੀ ਦੇ ਅਨੁਪਾਤ ਵਿੱਚ ਵੰਡਿਆ ਗਿਆ। ਪੰਜਾਬ ਦੀ ਵੰਡ ਹੋਈ ਵਸੋਂ ਦੇ ਤਬਾਦਲੇ ਸਮੇਂ ਮੁਸਲਮਾਨ ਬਹੁ ਗਿਣਤੀ ਵਾਲੇ ਇਲਾਕਿਆਂ ਵਿੱਚ ਸਿੱਖਾਂ ਤੇ ਹਿੰਦੂਆਂ ਨੂੰ, ਤੇ ਹਿੰਦੂ ਬਹੁ ਗਿਣਤੀ ਇਲਾਕੇ ਵਾਲਿਆਂ ਵਿੱਚੋਂ ਮੁਸਲਮਾਨਾਂ ਨੂੰ ਹਿਜਰਤ ਕਰਨੀ ਪਈ। ਇਸੇ ਹਿਜਰਤ ਦੌਰਾਨ ਜਿਹੜਾ ਇੱਕ ਦੂਸਰੇ ਦੇ ਪ੍ਰਤੀ ਵੈਰ ਭਾਵ ਪੈਦਾ ਹੋਇਆ, ਨਫ਼ਰਤ ਪੈਦਾ ਹੋਈ, ਤੇ ਹਜ਼ਾਰਾਂ ਲੋਕ ਉਹਨਾਂ ਦੰਗਿਆਂ ਦੇ ਵਿੱਚ, ਉਹਨਾਂ ਹੱਲਿਆਂ ਦੇ ਵਿੱਚ, ਜਿਵੇਂ ਘੱਲੂਘਾਰੇ ਜਾਂ ਹੱਲਾ ਸ਼ਬਦ ਉਹਦੇ ਲਈ ਵਰਤਿਆ ਜਾਂਦਾ, ਕਿ ਉਹਨਾਂ ਹੱਲਿਆਂ ਦੇ ਵਿੱਚ ਹਜ਼ਾਰਾਂ ਲੋਕ ਮਾਰੇ ਗਏ, ਲੱਖਾਂ ਲੋਕ ਬੇਘਰ ਹੋਏ, ਔਰਤਾਂ ਦੀ ਬੇਪਤੀ ਹੋਈ, ਜਾਨ ਮਾਲ ਦੀ ਹਾਨੀ ਹੋਈ, ਕਰੋੜਾਂ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਬੇਘਰੇ ਹੋਣਾ ਪਿਆ। ਇਸ ਦਿਖਾਂਤ ਨੂੰ ਸ਼ਾਇਰਾਂ ਨੇ ਆਪਣੀ ਸ਼ਾਇਰੀ ਵਿੱਚ ਪਕੜਿਆ, ਤਾਂ ਉਹ ਕੁਝ ਜਿਹੜੀਆਂ ਕਵਿਤਾਵਾਂ ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਇਹਨਾਂ ਜਿਹੜੀਆਂ ਸ਼ਾਇਰਾਂ ਨੇ ਉਹਨਾਂ ਵਿੱਚ ਉਸਤਾਦ ਦਾਮਨ ਵੀ ਆ, ਅਹਿਮਦ ਰਾਈ ਵੀ ਆ, ਅਹਿਮਦ ਸਲੀਮ ਵੀ ਆ, ਤਾਰਕ ਗੁਜ਼ਰ ਵੀ ਆ, ਮਨੀਰ ਨਿਆਜ਼ੀ ਵੀ ਆ, ਅਫਜ਼ਲ ਤਸੀਫ ਵੀ ਆ, ਕਿ ਜਿਨ੍ਹਾਂ ਨੇ ਇਸ ਵੰਡ ਦੇ ਦਰਦ ਨੂੰ ਲਿਖਿਆ। ਤੇ ਆਪਾਂ ਇੱਕ ਵਾਰ ਫਿਰ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ ਉੱਥੇ ਭਾਵਨਾ ਪੈਦਾ ਹੋਈ ਦੇਸ਼ ਵੰਡ ਤੋਂ ਬਾਅਦ। ਤਾਂ ਇੱਕ ਜਿਹੜੀਆਂ ਸਤਰਾਂ ਨੇ, ਇਹ ਸਤਰਾਂ ਵੀ ਉਸਤਾਦ ਦਾਮਨ ਦੀਆਂ ਹੀ ਆ, ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਕਿ ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ ਵਿੱਚੀ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ, ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ, ਹੋਏ ਤੁਸੀਂ ਵੀ ਹੋ, ਹੋਏ ਅਸੀਂ ਵੀ ਹਾਂ, ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਨਿਸ਼ਚੈ ਹੀ ਜਿਹੜਾ ਅਹਿਮਦ ਸਲੀਮ ਆ ਉਹ ਅੰਮ੍ਰਿਤਾ ਪ੍ਰੀਤਮ ਨੂੰ ਸੰਬੋਧਿਤ ਹੁੰਦਾ ਹੈ, ਅੰਮ੍ਰਿਤਾ ਪ੍ਰੀਤਮ ਨੂੰ ਉਹ ਆਵਾਜ਼ਾਂ ਮਾਰਦਾ। ਵਾਰਿਸ ਸ਼ਾਹ ਨੇ ਜਿਹੜਾ ਅੰਮ੍ਰਿਤਾ ਪ੍ਰੀਤਮ ਨੇ ਦੇਸ਼ ਵੰਡ ਸਮੇਂ ਵਾਰਿਸ ਸ਼ਾਹ ਨੂੰ ਪੁਕਾਰਿਆ ਸੀ, ਤੇ ਅਹਿਮਦ ਸਲੀਮ ਅੰਮ੍ਰਿਤਾ ਪ੍ਰੀਤਮ ਨੂੰ ਸੰਬੋਧਿਤ ਕਵਿਤਾ ਵਿੱਚ ਕਹਿੰਦਾ ਹੈ ਕਿ ਚੋਲਾ ਦਿਲਾਂ ਦਾ ਲੀਰੋ ਲੀਰ ਇੱਧਰ, ਉਸ ਪਾਸੇ ਵੀ ਜਿੰਦ ਬਿਹਾਲ ਫਿਰਦੀ, ਸੂਹੇ ਜੋੜੇ ਨੂੰ ਉਧਰ ਵੀ ਤਾਪ ਚੜ੍ਹਦਾ, ਕੋਈ ਇੱਧਰ ਵੀ ਖੋਲ ਕੇ ਵਾਲ ਫਿਰਦੀ। ਤੇ ਅਹਿਮਦ ਰਾਹੀ ਆਪਣੀ ਜਿਹੜੀ ਕਾਵ ਸੰਗ੍ਰਹਿ ਆ ਤ੍ਰਿੰਝਣ ਦੇ ਵਿੱਚ ਉਹ ਲਿਖਦਾ ਹੈਗਾ, ਤੇ ਜੋ ਕੁਝ ਤ੍ਰਿੰਝਣ ਨੂੰ ਇਸ ਗੱਲ ਦਾ ਮਾਣ ਆ ਕਿ ਤ੍ਰਿੰਝਣ ਨੂੰ ਅਸੀਂ ਪਹਿਲੀ ਪਾਕਿਸਤਾਨੀ ਪੰਜਾਬੀ ਕਾਵ ਸੰਗ੍ਰਹਿ, ਪਹਿਲਾ ਕਾਵ ਸੰਗ੍ਰਹਿ ਮੰਨ ਸਕਦੇ ਹਾਂ, ਕਿਉਂਕਿ ਉਹ 1952 ਦੇ ਵਿੱਚ ਛਪਦਾ ਹੈ। ਤਾਂ ਉਹਦੇ ਵਿੱਚ ਵੀ ਉਹੀ ਦਰਦ ਆ ਜਿਹੜਾ ਦਰਦ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਅੰਮ੍ਰਿਤਾ ਪ੍ਰੀਤਮ ਕੋਲ ਸੀ, ਜਿਹੜਾ ਅਹਿਮਦ ਸਲੀਮ ਕੋਲ ਸੀ। ਅਹਿਮਦ ਰਾਈ ਕਹਿੰਦਾ ਕਿ ਜਿਸ ਦੇ ਹੱਥ ਜਿਹਦੀ ਬਾਂਹ ਆਈ, ਲੈ ਗਿਆ ਜੋਰੋ ਜੋਰੀ, ਚਾਰ ਸ਼ਫੇਰੇ ਨਾਗ ਸ਼ੂਕਦੇ, ਲੱਖਾਂ ਹੰਝੂ ਪਏ ਕੂਕਦੇ, ਕੋਈ ਨਾ ਸੁਣਦਾ ਹਾੜੇ, ਕੋਈ ਨਾ ਸੁਣਦਾ ਹਾੜੇ।
ਲਗਭਗ ਇਸੇ ਕਿਸਮ ਦੇ ਜਿਹੜੇ ਤਾਰਕ ਗੁੱਜਰ ਨੂੰ ਵੀ ਇਸ ਪੂਰੇ ਪੰਜਾਬ ਦੇ ਵੰਡੇ ਜਾਣ ਦਾ ਦਰਦ ਆ, ਉਹ ਪੂਰੇ ਪੰਜਾਬ ਦੀ ਅੱਧੀ ਨਜ਼ਮ ਲਿਖਦਾ ਹੈ। ਇਸੇ ਤਰ੍ਹਾਂ ਹੀ ਇਸ ਧਰਤ ਦੇ ਲੀਰੋ ਲੀਰ ਹੋਣ ਦੇ ਦਰਦ ਦੀ ਗੱਲ ਕਰਦਾ ਹੈ। ਉਹ ਪਾਕਿਸਤਾਨ ਦੀ ਆਜ਼ਾਦੀ ਜਿਹੜੀ ਕਿ ਸਾਡੇ ਭਾਰਤੀ ਪੰਜਾਬ ਵਿੱਚ 15 ਅਗਸਤ ਨੂੰ ਮਨਾਈ ਜਾਂਦੀ ਆ, ਜਿਹੜੀ ਉਧਰਲੇ ਪਾਕਿਸਤਾਨ ਵਿੱਚ 14 ਅਗਸਤ ਨੂੰ ਮਨਾਈ ਜਾਂਦੀ ਆ, ਉਸ ਉੱਪਰ ਵੀ ਵਿਅੰਗ ਕਰਦਾ ਹੈ ਕਿ 14 ਅਗਸਤ ਵਿਹੜੇ ਦੇ ਵਿੱਚ ਸਾਰੇ ਬਾਲਕ ਫਿਰਦੇ ਨੰਗੇ ਪਿੰਡੇ, ਕੋਠੀਆਂ ਉੱਤੇ ਪੈ ਲਹਿਰਾਵਣ 10-10 ਗਜ ਦੇ ਝੰਡੇ, ਕੋਠੀਆਂ ਉੱਤੇ ਪੈ ਲਹਿਰਾਵਣ 10-10 ਗਜ ਦੇ ਝੰਡੇ। ਵੰਡ ਬਾਰੇ ਇਧਰਲੇ ਪੰਜਾਬ ਵਿੱਚ ਵੀ ਇੰਦਰਜੀਤ ਹਸਨਪੁਰੀ ਨੇ, ਸੁਰਜੀਤ ਪਾਤਰ ਨੇ ਵੀ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ। ਦੇਸ਼ ਵੰਡ ਨਾਲ ਸੰਬੰਧਿਤ ਜਿਹੜੀ ਪਾਕਿਸਤਾਨੀ ਪੰਜਾਬੀ ਕਵਿਤਾ ਹੈ, ਉਹ ਚਾਹੇ ਅਫਜ਼ਲ ਤਸੀਫ ਦੀ ਹੋਵੇ, ਉਹਦੇ ਵਿੱਚ ਔਰਤਾਂ ਦੀ ਬੇਪਤੀ, ਭਰਾ ਮਾਰ ਜੰਗ ਨੂੰ ਨਿੰਦਦਿਆਂ ਪੁਰਾਣੀ ਸਾਂਝ ਦਾ ਜ਼ਿਕਰ ਕੀਤਾ। ਉਹਦੇ ਵਿੱਚ ਖੌਫ, ਬੇਬਸੀ ਤੇ ਉਦਾਸੀ ਆ ਜਿਹੜਾ, ਇਹਦਾ ਭਾਵ ਪ੍ਰਧਾਨ ਰਹਿੰਦਾ। ਪਰ ਇਸ ਸਾਹਿਤ ਨੂੰ, ਇਸ ਕਵਿਤਾ ਨੂੰ ਪੜ੍ਹਦਿਆਂ ਇੱਕ ਗੱਲ ਦਾ ਸਾਨੂੰ ਤੀਬਰ ਅਹਿਸਾਸ ਹੁੰਦਾ ਹੈ ਕਿ ਜਦੋਂ ਦੇਸ਼ ਦੇ ਵਿੱਚ ਦੇਸ਼ ਵੰਡ ਹੋਈ, ਜਦੋਂ ਇਹ ਦੰਗੇ ਭੜਕੇ ਹੋਏ ਸੀ, ਉਸ ਸਮੇਂ ਲੋਕਾਂ ਦਾ ਵਿਵਹਾਰ ਕੁਝ ਵੀ ਹੋਵੇ, ਜਦੋਂ ਸ਼ਾਂਤੀ ਹੋ ਜਾਂਦੀ ਆ ਤਾਂ ਉਸ ਸਮੇਂ ਫਿਰ ਵਿਅਕਤੀ ਆਪਣੇ ਕੀਤੇ ਨੂੰ ਮੁੜ ਪੜਤਾਲਦੇ ਨੇ ਤੇ ਉਹਦੇ 'ਤੇ ਸ਼ਰਮਿੰਦੇ ਵੀ ਹੁੰਦੇ ਆ। ਤਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜੇ ਪੰਜਾਬੀ ਭਾਸ਼ਾ ਉੱਥੋਂ ਦੀ ਕਵਿਤਾ ਦਾ ਇੱਕ ਵਿਸ਼ਾ ਹੈ, ਤਾਂ ਦੇਸ਼ ਵੰਡ ਦਾ ਦਰਦ ਆ ਜਿਹੜਾ ਉਹ ਦੂਜਾ ਵਿਸ਼ਾ ਹੈ। ਤੇ ਜਿਹੜਾ ਤੀਸਰਾ ਵਿਸ਼ਾ ਹੈਗਾ ਉਹ ਅਮਨ ਆ। ਅਮਨ ਵੈਸੇ ਜਿਹੜਾ ਅਮਨ ਆ ਉਹ ਕਿਹਾ ਜਾ ਸਕਦਾ ਹੈਗਾ ਕਿ ਪੰਜਾਬੀ ਜਿਹੜੀ ਪ੍ਰਗਤੀਵਾਦੀ ਕਵਿਤਾ ਹੈ, ਉਸ ਦੇ ਵਿੱਚ ਸਮਾਜਵਾਦ, ਸਾਮਰਾਜਵਾਦ ਦਾ ਵਿਰੋਧ ਤੇ ਅਮਨ, ਤਿੰਨ ਮੁੱਖ ਵਿਸ਼ੇ ਸੀਗੇ ਜਿਹੜੇ ਵਾਰ-ਵਾਰ ਆਉਂਦੇ ਸੀ। ਪਰ ਜਿਹੜਾ ਅਮਨ ਆ, ਇਹਦਾ ਇੱਕ ਅੰਤਰਰਾਸ਼ਟਰੀ ਪ੍ਰਸੰਗ ਵੀ ਸੀਗਾ ਕਿ ਜਿਸ ਸਮੇਂ ਦੂਸਰੀ ਸੰਸਾਰ ਜੰਗ ਦੇ ਪਹਿਲਾਂ ਤੇ ਬਾਅਦ ਦੇ ਵਿੱਚ ਇਹ ਬਹੁਤ ਮਹੱਤਵਪੂਰਨ ਵਿਸ਼ਾ ਬਣ ਕੇ ਉੱਭਰਿਆ ਸੀ ਦੁਨੀਆ ਭਰ ਦੀ ਕਵਿਤਾ ਦੇ ਵਿੱਚ ਹੀ। ਜਦੋਂ ਇਹ ਵੀ ਕਿਹਾ ਜਾ ਸਕਦਾ ਸੀਗਾ ਕਿ ਜਦੋਂ ਪਿਕਾਸੋ ਦੀ ਜਿਹੜੀ ਆ ਅਮਨ ਦੀ ਘੁੱਗੀ ਦਾ ਚਿੰਨ੍ਹ ਜਿਹੜਾ ਉਹ ਪ੍ਰਸਿੱਧ ਹੁੰਦਾ ਹੈਗਾ, ਅਸਲ ਦੇ ਵਿੱਚ ਤਾਂ ਐਟਮੀ ਹਥਿਆਰਾਂ ਦੀ ਵਰਤੋਂ ਦੇ ਨਾਲ ਇਹ ਜਿਹੜੀ ਤਬਾਹੀ ਹੋਈ ਸੀ, ਉਸ ਨੇ ਅਮਨ ਦੀ ਲੋੜ ਨੂੰ ਬਹੁਤ ਵੱਡੀ ਪੱਧਰ 'ਤੇ ਇੱਕ ਸਾਡੇ ਸਾਹਮਣੇ ਲਿਆਂਦਾ। ਦੇਸ਼ ਵੰਡ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿੱਚ 2 ਵੱਡੀਆਂ ਜੰਗਾਂ, ਇੱਕ ਛੋਟੀ ਜੰਗ ਤੇ ਕਈ ਸਰਹੱਦੀ ਝੜਪਾਂ ਹੋਈਆਂ ਤੇ ਹੁਣ ਵੀ ਹੋ ਰਹੀਆਂ। ਇਹਨਾਂ ਝੜਪਾਂ ਦੇ ਵਿੱਚ, ਇਹਨਾਂ ਜੰਗਾਂ ਦੇ ਵਿੱਚ ਦੋਵੇਂ ਪਾਸਿਆਂ ਤੋਂ ਹੀ ਜਿਹੜੀਆਂ ਪੰਜਾਬੀ ਮਾਵਾਂ ਦੇ ਪੁੱਤਰ ਮਰਦੇ ਆ। ਅਸਲ 'ਚ ਤਾਂ ਮਾਵਾਂ ਦੇ ਪੁੱਤਰ ਮਰਦੇ ਆ, ਪਰ ਪੰਜਾਬੀ ਮਾਵਾਂ ਦੇ ਪੁੱਤਰ ਵਧੇਰੇ ਮਰਦੇ ਆ, ਕਿਉਂਕਿ ਸਾਡਾ ਜਿਹੜਾ ਪਾਕਿਸਤਾਨ ਨਾਲ ਵੱਡਾ ਬਾਰਡਰ ਆ, ਜਿਹੜਾ ਉਹ ਪੰਜਾਬ ਦਾ ਜਿਹੜਾ ਵੱਡਾ ਬਾਰਡਰ ਆ, ਉਹ ਪਾਕਿਸਤਾਨ ਨਾਲ ਲੱਗਦਾ ਹੈ। ਜੰਗ ਸਮੇਂ ਭਾਵਾਂ ਕੌਮੀ ਜਜ਼ਬੇ ਦੇ ਉਭਾਰ ਲਈ ਕੁਝ ਫੌਜੀਆਂ ਦੇ ਲਈ ਉਤਸ਼ਾਹੀ ਗੀਤ ਦੋਵੇਂ ਪਾਸੇ ਲਿਖੇ ਗਏ ਹੋਣਗੇ, ਪਰ ਬਹੁਤੀ ਜਿਹੜੀ ਪੰਜਾਬੀ ਕਵਿਤਾ ਹੈ ਉਹ ਅਮਨ ਦੀ ਗੱਲ ਕਰਦੀ ਆ, ਜਿਸ ਵਿੱਚ ਆਪਸੀ ਸਾਂਝ, ਮਨੁੱਖੀ ਜਿਹੜੀਆਂ ਜਾਨਾਂ ਦੇ ਜਾਣ ਦਾ ਦੁੱਖ, ਇਹ ਜਿਹੜਾ ਵਾਸਤਾ ਹੈ ਉਹ ਪ੍ਰਮੁੱਖ ਰੂਪ ਦੇ ਵਿੱਚ ਪਾਇਆ ਸਾਨੂੰ ਮਿਲਦਾ ਹੈਗਾ। ਅਫਜ਼ਲ ਤਸੀਫ ਆ ਜਿਹੜੀ, ਉਹ ਇਸ ਬਾਰੇ, ਅਮਨ ਦੇ ਬਾਰੇ ਕਵਿਤਾਵਾਂ ਲਿਖਦੀ ਕਹਿੰਦੀ ਆ ਕਿ ਅੱਜ ਦੁਨੀਆ 'ਤੇ ਜ਼ੁਲਮ ਵੀ ਵੱਧ ਗਿਆ, 100 ਕਰੋੜ ਭੁੱਖੇ ਢਿੱਡ ਅੱਗੇ ਹੋਰ ਵੱਧ ਰਹੇ ਨੇ, ਇਨਸਾਨ ਦੀ ਜਾਨ ਨੂੰ ਖਤਰਾ ਹੈ, ਸਦਾ ਕੋਲੋਂ ਆਮ ਸ਼ਹਿਰੀ ਨੂੰ ਖਤਰਾ ਹੈ, ਸੱਤਾ ਕੋਲੋਂ ਆਮ ਸ਼ਹਿਰੀ ਨੂੰ ਖਤਰਾ ਹੈ। ਅੱਜ ਸ਼ਹਿਰ ਨੂੰ ਚਾਹੀਦਾ ਅਮਨ ਤੇ ਨਜ਼ਮ ਦੋਹਾਂ ਦੀ ਹਿਫਾਜ਼ਤ ਕਰੇ। ਸ਼ਾਇਰ ਨੂੰ ਚਾਹੀਦਾ ਕਿ ਅਮਨ ਤੇ ਨਜ਼ਮ ਦੋਹਾਂ ਦੀ ਹਿਫਾਜ਼ਤ ਕਰੇ। ਪਾਕਿਸਤਾਨੀ ਜਿਹੜਾ ਪੰਜਾਬੀ ਕਵੀ ਹਬੀਬ ਜ਼ਾਲਬ ਆ, ਉਹ ਤਾਂ ਜੰਗ ਦਾ ਸਿੱਧਾ ਇਲਜ਼ਾਮ ਹੀ ਅਮਰੀਕਾ ਸਿਰ ਧਰ ਦਿੰਦਾ ਹੈ ਕਿ ਅਮਰੀਕਾ ਤੋਂ ਜੰਗ ਆਉਂਦੀ ਹੈ, ਭੁੱਖ ਆਉਂਦੀ ਆ, ਨੰਗ ਆਉਂਦੀ ਆ, ਭੁੱਖ ਆਉਂਦੀ ਏ, ਨੰਗ ਆਉਂਦੀ ਆ, ਰੋਟੀ ਕੱਪੜਾ ਛੱਤ ਨਹੀਂ ਆਉਂਦੀ, ਚਿਹਰਿਆਂ 'ਤੇ
ਰੰਗਤ ਨਹੀਂ ਆਉਂਦੀ, ਤਾਪ ਆਉਂਦਾ ਏ, ਖੰਘ ਆਉਂਦੀ ਆ, ਅਮਰੀਕਾ ਤੋਂ ਜੰਗ ਆਉਂਦੀ ਆ। ਸੱਚਮੁੱਚ ਹੀ ਪਾਕਿਸਤਾਨੀ ਪੰਜਾਬੀ ਕਵਿਤਾ ਦੇ ਵਿੱਚ ਇਹ ਜਿਹੜਾ ਵਿਸ਼ਾ ਹੈ ਇਹ ਕਾਫੀ ਪ੍ਰਵਾਨਿਆ ਗਿਆ। ਅਤੇ ਹੁਣ ਤੱਕ ਆਪਾਂ ਗੱਲ ਕਰ ਚੁੱਕੇ ਹਾਂ ਕਿ ਪਾਕਿਸਤਾਨੀ ਪੰਜਾਬੀ ਕਵਿਤਾ ਦੇ ਵਿੱਚ ਪੰਜਾਬੀ ਮਾਂ ਬੋਲੀ ਬਾਰੇ, ਦੇਸ਼ ਵੰਡ ਬਾਰੇ ਅਤੇ ਅਮਨ ਬਾਰੇ ਕਵਿਤਾਵਾਂ ਨੇ। ਤਾਂ ਜਿਹੜਾ ਪ੍ਰਗਤੀਵਾਦੀ ਕਵਿਤਾ ਦਾ ਤੀਸਰਾ ਲੱਛਣ ਸੀ ਕਿ ਜਿਹੜਾ ਆਰਥਿਕ ਅਸਾਵਾਂ ਪਾਉਣਾ, ਸਮਾਜਵਾਦ ਦੀ ਜਿਹੜੀ ਗੱਲ ਕਰਨੀ ਆ, ਉਹ ਪਾਕਿਸਤਾਨੀ ਪੰਜਾਬੀ ਕਵਿਤਾ ਦੇ ਵਿੱਚ ਵੀ ਉਹ ਉਸੇ ਤਰ੍ਹਾਂ ਹੀ ਮੌਜੂਦ ਹੈਗੀ ਆ। ਭਾਰਤੀ ਪੰਜਾਬੀ ਕਵਿਤਾ ਦੇ ਵਿੱਚ ਵੀ ਆਰਥਿਕ ਅਸਾਵੇਂਪਣ 'ਤੇ ਚੋਟਾਂ ਲਾਈਆਂ ਗਈਆਂ। ਮਾਰਕਸਵਾਦੀ ਪ੍ਰਭਾਵ ਅਧੀਨ ਲਿਖੀ ਗਈ ਪ੍ਰਗਤੀਵਾਦੀ ਪੰਜਾਬੀ ਕਵਿਤਾ ਹੈ, ਉਹਦੇ ਵਿੱਚ ਜਿਹੜੇ ਅਮੀਰ ਗਰੀਬ ਦੇ ਪਾੜੇ ਬਾਰੇ ਕਵਿਤਾ, ਉਹ ਤਾਂ ਅੰਮ੍ਰਿਤਾ ਪ੍ਰੀਤਮ ਅਤੇ ਜਿਹੜੀ ਮੋਹਨ ਸਿੰਘ ਦੀ ਕਾਵਧਾਰਾ ਸੀਗੀ, ਉਸ ਨੇ ਆਜ਼ਾਦੀ ਤੋਂ ਪਹਿਲਾਂ ਹੀ ਲਿਖਣਾ ਸ਼ੁਰੂ ਕਰਤਾ ਸੀ। ਪਰ ਪਾਕਿਸਤਾਨ ਦੀ ਜਿਹੜੀ ਕਵਿਤਾ, ਉਹ ਪਾਕਿਸਤਾਨ ਬਣਨ ਤੋਂ ਬਾਅਦ ਜਿਹੜੀ ਉੱਥੇ ਕਵਿਤਾ ਲਿਖੀ, ਉਸ ਵਿੱਚ ਵਿਸ਼ਾ ਸਦਾ ਹਾਜ਼ਰ ਰਹਿੰਦਾ। ਉਹ ਚਾਹੇ ਅਫਜ਼ਲ ਅਹਿਸਨ ਰੰਧਾਵਾ ਹੋਵੇ, ਚਾਹੇ ਤਾਰਕ ਗੁੱਜਰ ਹੋਵੇ, ਚਾਹੇ ਸਾਬਰ ਅਲੀ ਸਾਬਰ ਹੋਵੇ, ਚਾਹੇ ਹਬੀਬ ਜ਼ਾਲਬ ਹੋਵੇ, ਚਾਹੇ ਬਾਬਾ ਨਜ਼ਮੀ ਹੋਵੇ, ਉਹਨਾਂ ਦੀਆਂ ਕਿਰਤਾਂ ਦੇ ਵਿੱਚ ਇਹ ਜਿਹੜਾ ਭਾਵ ਆ ਉਹ ਕਿਤੇ ਕਿਤੇ ਬੜਾ ਸਿੱਧੇ ਰੂਪ ਵਿੱਚ ਅਤੇ ਕਦੇ ਕਦੇ ਪਿਛੋਕੜ ਦੇ ਵਿੱਚ ਕੰਮ ਕਰਦਾ ਹੈ ਕਿ ਜਿਹੜਾ ਆਰਥਿਕ ਵਿਤਕਰਾ ਹੈ, ਜਿਹੜਾ ਆਰਥਿਕ ਪਾੜਾ ਹੈ। ਉਦਾਹਰਨ ਵਜੋਂ ਮੈਂ ਸਿਰਫ ਇੱਕ ਕਵਿਤਾ ਜਿਹੜੀ ਸਾਬਰ ਅਲੀ ਸਾਬਰ ਦੀ ਤੁਹਾਡੇ ਨਾਲ ਸਾਂਝੀ ਕਰਦਾ, ਉਹਦੇ ਕੁਝ ਭਾਗ ਕਿ ਗੰਗਾ ਏ ਜਾਂ ਮੱਕਾ ਏ, ਸਿੱਧਾ ਸਿੱਧਾ ਧੱਕਾ ਏ, ਰੱਬ ਨੂੰ ਲੱਭਦੇ ਫਿਰਦੇ ਹੋ, ਰੱਬ ਨੂੰ ਲੱਭਦੇ ਫਿਰਦੇ ਹੋ, ਰੱਬ ਕਿਸੇ ਦਾ ਸਕਾ ਏ, ਮੇਰਾ ਰਾਸ਼ਨ ਮਹੀਨੇ ਦਾ ਤੇਰਾ ਇੱਕੋ ਫੱਕਾ ਹੈ, ਮੇਰਾ ਰਾਸ਼ਨ ਮਹੀਨੇ ਦਾ ਤੇਰਾ ਇੱਕੋ ਫੱਕਾ ਹੈ। ਸੱਚਮੁੱਚ ਹੀ ਜਿਹੜੀ ਪਾਕਿਸਤਾਨੀ ਪੰਜਾਬੀ ਕਵਿਤਾ, ਉਸ ਵਿੱਚ ਹੋਰ ਵੀ ਬਹੁਤ ਸਾਰੇ ਸ਼ਾਇਰ ਨੇ ਜਿਨ੍ਹਾਂ ਨੇ ਇਸ ਕਿਸਮ ਦੀ ਕਵਿਤਾ ਲਿਖੀ ਹੈਗੀ ਆ। ਪਰ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਵਿਤਕਰੇਬਾਜ਼ੀ ਦੀ, ਤਾਂ ਇੱਕ ਜਿਹੜੀ ਵਿਤਕਰੇਬਾਜ਼ੀ ਹੈਗੀ ਆ, ਉਹ ਆ ਕਿ ਜਿਹੜਾ ਆਰਥਿਕ ਵਿਤਕਰੇ ਦੇ ਨਾਲ ਨਾਲ ਜਿਹੜੀ ਲਿੰਗਕ ਵਿਤਕਰੇ ਦੀ ਗੱਲ ਆ। ਪਾਕਿਸਤਾਨੀ ਪੰਜਾਬੀ ਕਵਿਤਾ ਵਿੱਚ ਜਿਹੜੀ ਔਰਤ ਵਿਰੋਧੀ ਜਿਹੜਾ ਲਿੰਗਕ ਵਿਤਕਰਾ ਹੈਗਾ, ਉਹਦੇ ਖਿਲਾਫ ਵੀ ਬਹੁਤ ਕਵਿਤਾਵਾਂ ਮਿਲਦੀਆਂ ਨੇ। ਉਹਦੇ ਵਿੱਚ ਔਰਤ ਦੀ ਬੇਵਸੀ, ਮਰਦਾਵੇਂ ਸਮਾਜ ਦਾ ਦਬਾਓ, ਉਹਨੂੰ ਚਿਤਰਿਆ ਵੀ ਗਿਆ ਅਤੇ ਔਰਤ ਦੀ ਜਿਹੜੀ ਗੌਰਵ ਗਾਨ ਵੀ ਕੀਤਾ ਗਿਆ। ਇਸ ਪ੍ਰਸੰਗ ਦੇ ਵਿੱਚ ਅਸੀਂ ਅਹਿਮਦ ਸਲੀਮ ਦੀ ਇੱਕ ਸ਼ਰੀਫ ਔਰਤ ਦੀ ਕਥਾ, ਅਫਜ਼ਲ ਤਸੀਫ ਦੀ ਮੈਂ ਕੌਣ, ਅਬਦੁਲ ਕਦੂਸ ਕੈਸੀ ਦੀ ਚਿੜੀਆਂ ਦਾ ਚੰਬਾ ਤੋਂ ਇਲਾਵਾ ਬੁਸ਼ਰਾ ਇਜ਼ਾਜ਼, ਸ਼ਾਇਸਤਾ ਹਬੀਬ, ਖਾਵਰ ਰਾਜ਼ਾ ਅਤੇ ਤਾਹਿਰ ਸਰਾ ਦੀਆਂ ਰਚਨਾਵਾਂ ਵੀ ਵੇਖੀਆਂ ਜਾ ਸਕਦੀਆਂ। ਜਿੱਥੇ ਮਰਦ ਲੇਖਕਾਂ ਨੇ ਔਰਤ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਆ, ਉਸ ਦੀ ਪੀੜਾ ਨੂੰ ਬਿਆਨ ਕੀਤਾ, ਉੱਥੇ ਔਰਤਾਂ ਨੇ ਆਪਣਾ ਆਪ ਪਛਾਣਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ ਅਤੇ ਆਪਣੀ ਜੱਦੋ ਜਹਿਦ ਨੂੰ ਬਿਆਨ ਕੀਤਾ ਹੈ। ਆਪਣੇ ਨਾਲ ਹੁੰਦੇ ਧੱਕੇ ਦੇ ਖਿਲਾਫ ਲੜਨ ਦਾ ਜਿਗਰਾ ਦਿਖਾਇਆ ਅਤੇ ਹੋਰ ਲੜਨ ਦਾ, ਹੋਰ ਜੱਦੋ ਜਹਿਦ ਕਰਨ ਦਾ ਅਹਿਦ ਕੀਤਾ। ਮੈਂ ਬੁਸ਼ਰਾ ਅਜਾਜ਼ ਦੀ ਕਵਿਤਾ ਦੇ ਵਿੱਚੋਂ ਕੁਝ ਜਿਹੜੀਆਂ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਹੈ ਕਿ ਬੁਸ਼ਰਾ ਅਜਾਜ਼ ਲਿਖਦੀ ਆ ਕਿ ਮੈਂ ਗੁਲਾਮਾਂ ਦੀ ਉਸ ਜਮਾਤ ਵਿੱਚੋਂ ਹਾਂ ਜਿਸ ਦੀ ਗਿਣਤੀ ਦੁਨੀਆ ਦੀ ਕਿਸੇ ਮਰਦਮਸ਼ੁਮਾਰੀ ਵਿੱਚ ਨਹੀਂ। ਮੇਰਾ ਨਾਂ ਮੇਰੇ ਹੱਥ ਦੀਆਂ ਲੀਕਾਂ ਵਿੱਚ ਵੀ ਮੈਨੂੰ ਨਹੀਂ ਦਿਸਦਾ, ਜਮੀ ਦੀਆਂ ਝੀਥਾਂ ਵਿੱਚ ਵੀ ਇਹਦਾ ਕੋਈ ਨਿਸ਼ਾਨ ਨਹੀਂ। ਅਸਮਾਨ ਤੇ ਉਂਝ ਵੀ ਡਾਢਾ ਦੂਰ ਹੈ, ਅਸਮਾਨ ਤੇ ਉਂਝ ਵੀ ਡਾਢਾ ਦੂਰ ਆ, ਰੱਬਾ ਮੈਂ ਆਪਣਾ ਨਾਂ ਕਿੱਥੇ ਲਿਖਾਂ। ਇੱਕ ਤਰ੍ਹਾਂ ਨਾਲ ਬੁਸ਼ਰਾ ਅਜਾਜ਼ ਨੇ ਆਪਣੀ ਜਾਤ ਵੱਲੋਂ ਰੱਬ ਦੀ ਜਾਤ 'ਤੇ ਸਵਾਲ ਚੁੱਕਿਆ ਹੈਗਾ। ਮੈਂ ਪਾਕਿਸਤਾਨੀ ਪੰਜਾਬੀ ਕਵਿਤਾ ਦੇ ਵਿੱਚ ਜਿਹੜੀਆਂ ਪਾਕਿਸਤਾਨੀ ਸ਼ਾਇਰਾਵਾਂ ਉਹਨਾਂ ਨੂੰ ਪੜ੍ਹਦਿਆਂ ਇੱਕ ਗੱਲ ਮਹਿਸੂਸ ਕੀਤੀ ਕਿ ਉਹਨਾਂ ਦੀ ਕਵਿਤਾ ਦੇ ਵਿੱਚ ਇੱਕ ਆਪਣੀ ਪਹਿਚਾਣ ਦੀ ਗੱਲ ਆ। ਜਿਸ ਤਰ੍ਹਾਂ ਸਾਡੇ ਇੱਧਰਲੇ ਪੰਜਾਬ ਦੇ ਵਿੱਚ, ਭਾਰਤੀ ਪੰਜਾਬ ਦੇ ਵਿੱਚ, ਚੜ੍ਹਦੇ ਪੰਜਾਬ ਦੇ ਵਿੱਚ ਅੰਮ੍ਰਿਤਾ ਪ੍ਰੀਤਮ, ਪ੍ਰਭਜੋਤ, ਸੁਖਵਿੰਦਰ ਅੰਮ੍ਰਿਤ, ਸੁਰਜੀਤ ਸਖੀ ਦੀਆਂ, ਨੀਤੂ ਅਰੋੜਾ ਦੀਆਂ ਕਵਿਤਾਵਾਂ ਦੇ ਵਿੱਚ ਇੱਕ ਔਰਤ ਦੀ ਪੀੜਾ ਨੂੰ ਪ੍ਰਗਟ ਕੀਤਾ। ਇਸੇ ਤਰ੍ਹਾਂ ਹੀ ਚਾਹੇ ਆਪਣੀ
ਅੰਜਮ ਭੱਟੀ ਹੋਵੇ, ਨਸਰੀਨ ਅੰਜਮ ਭੱਟੀ ਹੋਵੇ, ਚਾਹੇ ਬੁਸ਼ਰਾ ਇਜ਼ਾਜ਼ ਹੋਵੇ, ਚਾਹੇ ਅਫਜ਼ਲ ਤੌਸੀਫ ਹੋਵੇ, ਉਸ ਵਿੱਚ ਵੀ ਆਪਣੀ ਪਛਾਣ ਦੀ ਗੱਲ ਕੀਤੀ ਹੈ। ਆਪਾਂ ਵਿਤਕਰੇਬਾਜ਼ੀ ਦੀ ਗੱਲ ਕਰਦੇ ਹਾਂ ਕਿ ਪਾਕਿਸਤਾਨੀ ਪੰਜਾਬੀ ਕਵਿਤਾ ਵਿੱਚ ਆਰਥਿਕ ਵਿਤਕਰੇਬਾਜ਼ੀ 'ਤੇ ਵੀ ਕਵਿਤਾ ਮਿਲਦੀ ਆ, ਪਾਕਿਸਤਾਨੀ ਪੰਜਾਬੀ ਕਵਿਤਾ ਦੇ ਵਿੱਚ ਲਿੰਗਿਕ ਵਿਤਕਰੇ 'ਤੇ ਵੀ ਕਵਿਤਾ ਮਿਲਦੀ ਆ, ਤਾਂ ਪਾਕਿਸਤਾਨੀ ਪੰਜਾਬੀ ਕਵਿਤਾ ਦੇ ਵਿੱਚ ਧਾਰਮਿਕ ਜਿਹੜਾ ਪਖੰਡਵਾਦ ਆ ਉਸ ਦੇ ਉੱਪਰ ਵੀ ਕਵਿਤਾ ਮਿਲਦੀ ਆ। ਪਾਕਿਸਤਾਨ ਬਣਨ ਦਾ ਆਧਾਰ 2 ਕੌਮਾਂ ਦਾ ਸਿਧਾਂਤ ਹੈ। ਉੱਥੇ ਬਹੁਗਿਣਤੀ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਦੀ ਆ, ਈਸਾਈ, ਹਿੰਦੂ, ਸਿੱਖਾਂ ਦੀ ਗਿਣਤੀ ਨਾ ਮਾਤਰ ਹੀ ਆ। ਇਸ ਸੰਗ੍ਰਹਿ ਵਿੱਚ ਕੋਈ ਵੀ ਹਿੰਦੂ ਜਾਂ ਸਿੱਖ ਕਵੀ ਨਹੀਂ ਆ। ਇੱਥੋਂ ਇਹ ਜਾਪਦਾ ਹੈ ਕਿ ਉੱਥੇ ਗਿਣਤੀ ਵੀ ਬਹੁਤ ਥੋੜ੍ਹੀ ਆ ਅਤੇ ਉਸ ਭਾਈਚਾਰੇ ਦੇ ਵਿੱਚ ਵੀ ਕੋਈ ਅਦਬ ਨਾਲ, ਸਾਹਿਤ ਨਾਲ ਬਹੁਤ ਘੱਟ ਲੋਕ ਜੁੜੇ ਹੋਏ ਨੇ। ਧਾਰਮਿਕ ਜਿਹੜੀ ਸਥਿਤੀ ਆ ਉਹਦੇ ਵਿੱਚ ਜਿਹੜੇ ਮੁੱਲਾਂ ਮਲਾਣਿਆਂ ਦੇ ਅਡੰਬਰੀ ਪਖੰਡਵਾਦ ਬਾਰੇ ਬਹੁਤ ਸਾਰੀਆਂ ਨਜ਼ਮਾਂ ਜਿਹੜੀਆਂ ਉਹ ਬਹੁਤ ਸਾਰੇ ਸ਼ਾਇਰਾਂ ਨੇ ਲਿਖੀਆਂ। ਮੈਂ ਕੁਝ ਜਿਹੜੀਆਂ ਪੰਕਤੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ। ਧਾਰਮਿਕ ਪਖੰਡਵਾਦ ਬਾਰੇ, ਧਾਰਮਿਕ ਅਡੰਬਰ ਬਾਰੇ ਅਬਦੁਲ ਕੁਦੂਸ ਕੈਫੀ ਲਿਖਦੇ ਆ ਕਿ ਭੁੱਲ ਕੇ ਫਰਜ਼, ਨਮਾਜ਼ਾਂ, ਰੋਜ਼ੇ, ਮੰਨਤਾਂ ਪੂਰੀਆਂ ਕਰਦੇ, ਰੱਬ ਕੋਲੋਂ ਨਹੀਂ ਡਰਦੇ ਲੋਕੀ, ਪੀਰਾਂ ਕੋਲੋਂ ਡਰਦੇ। ਰੱਬ ਕੋਲੋਂ ਨਹੀਂ ਡਰਦੇ ਲੋਕੀ, ਰੱਬ ਕੋਲੋਂ ਨਹੀਂ ਡਰਦੇ ਲੋਕੀ, ਪੀਰਾਂ ਕੋਲੋਂ ਡਰਦੇ। ਪਾਕਿਸਤਾਨੀ ਪੰਜਾਬੀ ਕਵਿਤਾ ਦੇ ਵਿੱਚ ਜਿਹੜਾ ਪ੍ਰਵਾਸੀ ਅਨੁਭਵ ਆ ਉਹ ਵੀ ਸਾਨੂੰ ਮਿਲ ਜਾਂਦਾ ਹੈਗਾ ਕਿ ਪਾਕਿਸਤਾਨ ਦੇ ਵਿੱਚੋਂ ਵੀ ਭਾਰਤੀ ਪੰਜਾਬ ਵਾਂਗ ਹੀ ਬਹੁਤ ਸਾਰੇ ਲੋਕ ਵਿਦੇਸ਼ ਗਏ ਆ ਅਤੇ ਉੱਥੇ ਉਹਨਾਂ ਨੂੰ ਉਸ ਤਰ੍ਹਾਂ ਦਾ ਹੀ ਆਪਣੀ ਧਰਤੀ ਤੋਂ ਟੁੱਟ ਜਾਣ ਦਾ ਅਹਿਸਾਸ, ਆਪਣੇ ਭਾਸ਼ਾ, ਸਾਹਿਤ, ਸੱਭਿਆਚਾਰ ਤੋਂ ਦੂਰ ਹੋ ਜਾਣ ਦਾ ਅਹਿਸਾਸ, ਬੇਗਾਨਗੀ ਦਾ ਅਹਿਸਾਸ, ਕੰਮ ਬੋਝ, ਉੱਥੇ ਦੇ ਜਿਹੜਾ ਦੂਸਰੇ ਮੁਲਕਾਂ ਦੇ ਵਿੱਚ ਰਹਿਣ ਸਮੇਂ ਜਿਹੜਾ ਇੱਕ ਬੇਗਾਨਗੀ ਦਾ ਅਹਿਸਾਸ ਪਨਪਦਾ ਹੈ, ਇੱਕ ਜਿਹੜਾ ਬੇਗਾਨਗੀ ਦਾ ਅਹਿਸਾਸ ਆਉਂਦਾ ਹੈ, ਉਹ ਪਾਕਿਸਤਾਨੀ ਪੰਜਾਬੀ ਕਵਿਤਾ ਵਿੱਚ ਵੀ ਭਾਰਤੀ ਪੰਜਾਬੀ ਕਵਿਤਾ ਵਾਂਗ ਹੀ ਮੌਜੂਦ ਹੈਗਾ। ਇਸ ਅਹਿਸਾਸ ਨੂੰ ਕਿਤੇ ਨਾ ਕਿਤੇ ਉੱਥੋਂ ਦੇ ਸ਼ਾਇਰਾਂ ਨੇ ਚਿਤਰਿਆ। ਖਾਸ ਕਰਕੇ ਮੈਂ ਜ਼ਿਕਰ ਕਰਨਾ ਚਾਹਾਂਗਾ ਆਸਫ ਸ਼ਾਹਕਾਰ ਦੀ ਪਾਕੀ ਬਾਸਟਰਡ ਇੱਕ ਕਵਿਤਾ ਹੈ ਕਿ ਬੇੜੀ ਦੀ ਖਿੜਕੀ ਵਿੱਚੋਂ ਬਾਹਰ ਸਭ ਕੁਝ ਜੰਮ ਕੇ ਚਿੱਟਾ ਹੋ ਗਿਆ ਸੀ। ਮੇਰੇ ਨਾਲ ਦੀ ਸੀਟ 'ਤੇ ਬੈਠੀ ਕੁੜੀ ਮੈਨੂੰ ਆਪਣੇ ਦੇਸ਼ ਨੂੰ ਜਾਂਦਿਆਂ ਵੇਖ ਕੇ ਆਖਣ ਲੱਗੀ, ਸਾਡੀ ਤੁਹਾਡੀ ਸਾਂਝ ਹੈ, ਤੂੰ ਵੇਖੇਗਾ ਮੇਰੇ ਦੇਸ਼ ਵਿੱਚ ਹੋਰ ਕੋਈ ਖਿੜੇ ਮੱਥੇ, ਹਰ ਕੋਈ ਖਿੜੇ ਮੱਥੇ ਮਿਲ ਸੀ, ਹਰ ਕੋਈ ਖਿੜੇ ਮੱਥੇ ਮਿਲ ਸੀ। ਅਸੀਂ ਪਰਦੇਸੀਆਂ ਨੂੰ ਗਲ ਲਾਉਂਦੇ ਹਾਂ, ਚੱਲ ਤੂੰ ਮੇਰੇ ਨਾਲ ਰਹੀਂ, ਮੈਂ ਤੈਨੂੰ ਆਪਣੇ ਦੇਸ਼ ਤੇ ਲੋਕ ਵਿਖਾਸਾਂ। ਮੈਂ ਉਸ ਪਾਗਲ ਦੀ ਗੱਲ ਨੂੰ ਭੁੱਲ ਜਾ। ਉਹ ਅਲਕੋਹਲ ਦੀ ਬੋਲੀ ਬੋਲ ਰਿਹਾ ਸੀ ਤੇ ਅਲਕੋਹਲ ਝੂਠੀ ਬੋਲਦੀ। ਉਹ ਹੱਸ ਕੇ ਗੱਲ ਨੂੰ ਟਾਲ ਗਈ। ਹਲੈਂਕੀ ਆਇਆ ਤੇ ਮੈਂ ਕੁੜੀ ਦੀ ਗੱਲ ਦਾ ਸੱਚ ਜਾਣ ਕੇ ਬੇੜੀਓਂ ਲੱਥੇ ਪੂਰ ਦਾ ਹਿੱਸਾ ਬਣ ਕੇ ਕਦਮ ਮਿਲਾ ਕੇ ਚੱਲਿਆ। ਪਰ ਕਦਮਾਂ ਦੀਆਂ ਇਹ ਘੜੀਆਂ ਥੋੜ੍ਹੀਆਂ ਸਨ। ਮੈਂ ਕਸਟਮ ਤੇ ਪੁਲਿਸ ਤੋਂ ਹਾਲੇ ਦੂਰ ਹੀ ਸੀ ਜੋ ਇੱਕ ਅਫਸਰ ਮੇਰੇ ਵੱਲ ਤੀਰ ਵਾਂਗ ਆਇਆ ਤੇ ਮੈਨੂੰ ਪੂਰ ਵਿੱਚੋਂ ਮੱਖਣ ਵਿੱਚੋਂ ਵਾਲ ਵਾਂਗੂ ਕੱਢ ਕੇ ਲੈ ਗਿਆ ਤੇ ਪੁੱਛਣ ਲੱਗਿਆ, ਤੂੰ ਕੌਣ ਹੈ, ਕਿੱਥੋਂ ਆਇਆ, ਕਿਉਂ ਆਇਆ, ਵੀਜ਼ਾ ਹੈ ਹੀ, ਕਿੱਥੇ ਜਾਣਾ ਈ, ਕਿੱਥੇ ਰਹਿਣਾ ਈ, ਕਿੰਨਾ ਚਿਰ ਰਹਿਣਾ? ਮੇਰਾ ਰੰਗ ਮਹਾਂਦਰਾ, ਚਿੱਟੇ ਦੇਸ਼ ਵਿੱਚ ਸ਼ੱਕ ਦਾ ਸਰਟੀਫਿਕੇਟ। ਮੈਨੂੰ ਦੁੱਖ ਹੋਇਆ ਵੀ ਤੇ ਨਾ ਵੀ। ਬਸ ਕੁੜੀ ਦੀਆਂ ਗੱਲਾਂ ਦੇ ਸੱਚ ਦਾ ਭਾਂਡਾ ਟੁੱਟਣ ਦਾ ਦੁੱਖ। ਉਸ ਕੁੜੀ ਆਖਿਆ, ਅਫਸਰ ਸ਼ਾਹੀ ਸਾਰੇ ਮੁਲਕਾਂ ਵਿੱਚ ਇੱਕੋ ਜਿਹੀ ਏ। ਪਰ ਮੈਂ ਨਾ ਆਖ ਸਕਿਆ ਕਿ ਅਫਸਰ ਸ਼ਾਹੀ ਤੇਰੇ ਲਈ ਕਿਉਂ ਨਹੀਂ। ਮੁੜ ਉਹਨੇ ਮੈਨੂੰ ਗਿਰਜੇ, ਗਲੀਆਂ, ਮੂਰਤੀਆਂ, ਮਿਊਜ਼ੀਅਮ ਤੇ ਹੋਰ ਚੀਜ਼ਾਂ ਰਾਹੀਂ ਆਪਣਾ ਕੱਲ੍ਹ ਤੇ ਅੱਜ ਵਿਖਾਇਆ। ਵਿਹਲੀ ਹੋਈ ਤੇ ਮੈਂ ਆਖਿਆ, ਚੱਲ ਹੁਣ ਮੈਨੂੰ ਆਪਣੇ ਲੋਕ ਵਿਖਾ। ਆਖੇ ਤੈਨੂੰ ਦਿਸਦੇ ਨਹੀਂ? ਮੈਂ ਆਖਿਆ, ਮੈਨੂੰ ਇੰਜ ਲੱਗਦਾ ਜਿਵੇਂ ਕਾਲੀ ਸ਼ਾਹ ਰਾਤ ਵਿੱਚ ਕਿਧਰੇ ਨਜ਼ਰ ਦੀ ਪਹੁੰਚ ਤੇ ਆਖਰ ਤੇ ਕੋਈ ਨੁਕਤੇ ਹੋਣ। ਇੱਕ ਓਪਰਾਪਣ ਖਿੱਝ, ਇੱਕ ਪਰਾਏ ਰਹਿਣ ਦਾ ਫੈਸਲਾ। ਅੱਖੇ ਸ਼ਰਮੀਲੇ ਨੇ ਤੇ ਕੁਝ ਹਾਸਦ ਨੇ। ਤੂੰ ਤੱਕਿਆ, ਤੈਨੂੰ ਕੁੜੀਆਂ ਹਲਕਿਆਂ ਵਾਂਗ ਤੱਕਦੀਆਂ ਨੇ। ਜੇਕਰ ਸਾਂਭ ਬਚਾ ਕੇ ਨਾ ਰੱਖਦੀ, ਇਹਨਾਂ ਤੇਰਾ ਕੁਝ ਨਹੀਂ ਛੱਡਣਾ। ਫਾਸ਼ਾਂ ਅਲਕੋਹਲੀ ਦੀਆਂ ਚਗਲੀਆਂ ਸੁੱਟੀਆਂ।
ਮੇਰੇ ਗਿਰਦ ਉਸ ਸਾਰੀਆਂ ਆਪਣੀਆਂ ਕਿਲ੍ਹੇਬੰਦੀਆਂ ਤੇ ਫਖਰ ਕੀਤਾ। ਮੈਨੂੰ ਇੰਜ ਲੱਗਾ ਜਿਵੇਂ ਮੈਂ ਪੈਰਿਸ ਦੀ ਇੱਕ ਫੈਸ਼ਨੀ ਗਲੀ ਵਿੱਚ ਕਿਸੇ ਜਨਾਨੀ ਦੀ ਕੋਈ ਨਵੇਂ ਮਾਡਲ ਦੀ ਜੁੱਤੀ ਹੋਵਾਂ, ਜਾਂ ਮੁਤਲੇ ਤਬਕੇ ਦੇ ਕਿਸੇ ਲੋਕ ਪਿਆਰੇ ਇਨਕਲਾਬੀ ਦਾ ਮੈਲਾ ਟਾਕੀਆਂ ਲੱਗਿਆ ਝੱਗਾ ਹਾਂ। ਸੱਚਮੁੱਚ ਆਸ਼ਫ ਸ਼ਾਹਕਾਰ ਦੀ ਇਹ ਕਵਿਤਾ ਇਹ ਦਰਸਾਉਂਦੀ ਆ ਕਿ ਵਿਦੇਸ਼ਾਂ ਵਿੱਚ ਭਾਵਾਂ ਸਾਰੇ ਲੋਕ ਬੁਰੇ ਨਹੀਂ ਅਤੇ ਬੁਰੇ ਹੋਣਾ ਵੀ ਨਹੀਂ ਚਾਹੁੰਦੇ, ਪਰ ਇਸ ਦੇ ਬਾਵਜੂਦ ਜਿਹੜੀ ਨਸਲੀ ਨਫ਼ਰਤ ਹੈਗੀ ਆ ਉਹ ਕਿਤੇ ਨਾ ਕਿਤੇ ਜ਼ਰੂਰ ਮੌਜੂਦ ਆ, ਥੋੜ੍ਹੀ ਹੋਵੇਗੀ, ਪਰ ਉਹ ਜਦੋਂ ਆਪਣਾ ਰੂਪ ਦਿਖਾਉਂਦੀ ਆ ਤਾਂ ਉਹ ਫਿਰ ਸਾਨੂੰ ਮਹਿਸੂਸ ਹੁੰਦੀ ਆ। ਇਸ ਬਾਰੇ ਆਸ਼ਫ ਸ਼ਾਹਕਾਰ ਦੀ ਇਹ ਜਿਹੜੀ ਨਜ਼ਮ ਸੀ ਇਹ ਤੁਹਾਡੇ ਨਾਲ ਸਾਂਝੀ ਕੀਤੀ। ਆਧੁਨਿਕਤਾ ਨੇ ਮਨੁੱਖ ਨੂੰ ਮਨੁੱਖ ਨਾਲੋਂ ਤੋੜ ਦਿੱਤਾ ਹੈ। ਜਿਹੜਾ ਸਾਡਾ ਪੁਰਾਣਾ ਇੱਕ ਸਾਂਝਾ ਸੱਭਿਆਚਾਰ ਸੀ, ਬਿਨਾਂ ਸ਼ੱਕ ਉਹ ਕਿਰਦਾ ਜਾ ਰਿਹਾ ਜਾਂ ਬਦਲਦਾ ਜਾ ਰਿਹਾ ਹੈ। ਤਾਂ ਉਸ ਸਥਿਤੀ ਦੇ ਵਿੱਚ ਮਨੁੱਖ ਅੰਦਰ ਇੱਕ ਭਾਵਨਾ ਆਉਂਦੀ ਹੈ ਕਿ ਸਾਡਾ ਸਾਂਝਾ ਸੱਭਿਆਚਾਰ ਕਿੱਥੇ ਗਿਆ, ਸਾਡਾ ਪੁਰਾਣਾ ਸੱਭਿਆਚਾਰ ਕਿੱਥੇ ਗਿਆ। ਇਸ ਗੱਲ ਬਾਰੇ ਪੂਰਨ ਸਿੰਘ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਨੇ, ਪਰ ਅਸਲ ਦੇ ਵਿੱਚ ਤਾਂ ਇਹ ਕਿ ਇਹ ਜਿਹੜਾ ਆਧੁਨਿਕਤਾ ਹੈਗੀ ਆ, ਜਿਹਨੂੰ ਅਸੀਂ ਜਦੀਦਤਾ ਕਹਿੰਦੇ ਹਾਂ, ਜਦੀਦੀ ਜਿਹੜੀ ਅਦਬ ਨੇ, ਉਸ ਵਿੱਚ ਇਹ ਭਾਵਨਾਵਾਂ, ਬੇਗਾਨਗੀ ਦੀ ਭਾਵਨਾਵਾਂ, ਆਪਣੇ ਤੁੱਛ ਹੋਣ ਦੀ ਭਾਵਨਾਵਾਂ, ਜਿਹੜੀ ਆਪਣਾ ਅਹਿਸਾਸ ਆ ਉਹ ਵਾਰ-ਵਾਰ ਆਉਂਦਾ ਹੈਗਾ। ਤਾਂ ਇਸ ਨੂੰ ਇਸ ਜਿਹੜੀ ਕਵਿਤਾ ਹੈ ਉਹਦੇ ਵਿੱਚ ਚੰਗੀ ਤਰ੍ਹਾਂ ਪੇਸ਼ ਕੀਤਾ ਹੈਗਾ। ਅਤੇ ਜੋ ਅਸੀਂ ਇਸ ਨੂੰ ਦੇਖਣਾ ਚਾਹੁੰਦੇ ਹਾਂ ਤਾਂ ਉਹਦੇ ਵਿੱਚੋਂ ਜਿਹੜੀ ਇੱਕ ਕਵਿਤਾ ਹੈਗੀ ਉਹ ਬੜੀ ਮਹੱਤਵਪੂਰਨ ਆ, ਖਾਸ ਕਰਕੇ ਤਨਵੀਰ ਬਖਾਰੀ ਨੇ ਵੀ ਇਸੇ ਕਿਸਮ। ਮੇਰੇ ਸ਼ੇਰਾਂ ਵਿੱਚ ਮੇਰਾ ਆਲਾ ਦੁਆਲਾ ਇੰਜ ਦਿਸ ਆਵੇ, ਜਿਸ ਤਰ੍ਹਾਂ ਕਿਸੇ ਡਰਾਈਵਰ ਕੋਲੋਂ ਡੀਜ਼ਲ ਦੀ ਬੋ ਆਵੇ। ਮਾਲੀ ਕੇਡ ਕਰੇ ਰਖਵਾਲੀ, ਪਾਰੇ ਲੱਖ ਬਣਾਵੇ, ਉੱਚੀਆਂ ਉੱਚੀਆਂ ਕੰਧਾਂ 'ਚੋਂ ਵੀ ਖੁਸ਼ਬੂ ਉੱਧੜ ਜਾਵੇ। ਮੰਜ਼ਲ ਕੋਲੋਂ ਮੇਰੀਆਂ ਵਾਟਾਂ ਇੰਜ ਤਰਹਿੰਦੀਆਂ ਰਹੀਆਂ, ਜਿਸ ਤਰ੍ਹਾਂ ਕੋਈ ਬੇਟਿਕਟ ਮੁਸਾਫਰ ਬਾਬੂ ਤੋਂ ਘਬਰਾਵੇ। ਉਹਦਾ ਰੂਪ ਆਧਾਰਾ ਲੈ ਕੇ ਗਜ਼ਲਾਂ ਲੀਕ ਰਿਹਾ ਵਾਂ, ਮੰਗਵਾਂ ਸੂਟ ਜਿਵੇਂ ਕੋਈ ਪਾ ਕੇ ਇੰਟਰਵਿਊ ਲਈ ਜਾਵੇ। ਇਕਲਾਪੇ ਦੀ ਬੁੱਕਲ ਆਪਣੇ ਆਪਾ ਕੁੰਜੀ ਬੈਠਾ, ਖੋਲੇ ਅੰਦਰ ਚੋਰ ਜਿਵੇਂ ਤਨਵੀਰ ਕਿਤੇ ਸ਼ਹਿ ਜਾਵੇ। ਪਾਕਿਸਤਾਨੀ ਪੰਜਾਬੀ ਕਵਿਤਾ ਦੇ ਬਾਰੇ ਆਪਾਂ ਗੱਲ ਕਰ ਲਈ ਕਿ ਇਹਦੇ ਵਿੱਚ ਦੇਸ਼ ਵੰਡ ਦੀਆਂ ਕਵਿਤਾਵਾਂ ਨੇ, ਪੰਜਾਬੀ ਭਾਸ਼ਾ ਬਾਰੇ ਕਵਿਤਾਵਾਂ ਨੇ, ਅਮਨ ਬਾਰੇ ਕਵਿਤਾਵਾਂ ਨੇ, ਫਿਰ ਇਹਦੇ ਵਿੱਚ ਵਿਤਕਰੇਬਾਜ਼ੀਆਂ ਜਿਹੜੀਆਂ ਹੁੰਦੀਆਂ, ਚਾਹੇ ਲਿੰਗਕ ਵਿਤਕਰੇਬਾਜ਼ੀ ਹੋਵੇ, ਚਾਹੇ ਧਾਰਮਿਕ ਵਿਤਕਰੇਬਾਜ਼ੀ ਹੋਵੇ, ਚਾਹੇ ਉਹ ਕਿਹਾ ਜਾ ਸਕਦਾ ਹੈਗਾ ਕਿ ਪ੍ਰਵਾਸੀਆਂ ਨੂੰ ਵਿਤਕਰੇਬਾਜ਼ੀ ਸਹਿਣੀ ਪਈ ਹੋਵੇਗੀ, ਉਹ ਸਾਰੇ ਇਹਦੇ ਵਿੱਚ ਵਿਸ਼ੇ ਨੇ। ਤਾਂ ਪਰ ਇੱਕ ਜਿਹੜਾ ਵਿਸ਼ਾ ਹੈ, ਜਿਹੜਾ ਸਦੀਵੀ ਵਿਸ਼ਾ ਹੈ, ਜਿਹੜਾ ਕਿ ਆਦਿ ਕਾਲ ਤੋਂ ਵਿਸ਼ਾ ਚੱਲਿਆ ਆ ਰਿਹਾ, ਉਹ ਆ ਵਿਸ਼ਾ ਪਿਆਰ ਦਾ, ਮੁਹੱਬਤ ਦਾ। ਇਹ ਆਦਿਕਾਲੀ ਵਿਸ਼ਾ ਹੈ। ਪਾਕਿਸਤਾਨੀ ਕਵਿਤਾ ਦੇ ਵਿੱਚ ਵੀ ਇਸ ਵਿਸ਼ੇ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਮਿਲਦੀਆਂ ਕਿ ਹਾਲੇ ਤੇ ਅਸਲਮ ਕੌਲਸਰੀ ਕਹਿੰਦਾ, ਹਾਲੇ ਤੇ ਖਿਆਲਾਂ ਵਿੱਚ ਗੱਲਾਂ ਸਨ ਤੇਰੀਆਂ, ਹਾਲੇ ਤੇ ਖਿਆਲਾਂ ਵਿੱਚ ਗੱਲਾਂ ਸਨ ਤੇਰੀਆਂ, ਇੱਕੋ ਵਾਰੀ ਝੁੱਲ ਪਈਆਂ ਰੱਤੀਆਂ ਹਨੇਰੀਆਂ। ਉੱਥੇ ਉੱਥੇ ਕਾਗਜ਼ਾਂ ਤੇ ਫੁੱਲ ਖਿੜ ਪਏ ਨੇ, ਜਿੱਥੇ ਜਿੱਥੇ ਅੱਧੀ ਰਾਤੀ ਅੱਖਾਂ ਯਾਦਾਂ ਘੇਰੀਆਂ। ਸਾਰੀ ਸਾਰੀ ਰਾਤ ਪਰਵਾਨੇ ਵਾਂਗੂ ਦਿਲ ਵੀ ਯਾਦਾਂ ਵਾਲੇ ਦਿਲ ਦੇ ਦਿਵਾਲੇ ਲਵੇ ਫੇਰੀਆਂ। ਤੇ ਤਾਰਾ ਜਿਹੜੀ ਸੁਨਾ ਹੈ ਉਹ ਤੇ ਬਹੁਤ ਹੀ, ਉਹਦੀ ਅਦਾਇਗੀ ਵੀ ਬਹੁਤ ਖੂਬਸੂਰਤ ਆ, ਬਹੁਤ ਖੂਬਸੂਰਤ ਢੰਗ ਨਾਲ ਕਹਿੰਦੀ ਆ। ਪਹਿਲੀ ਗੱਲ, ਇਹ ਸਾਰੀ ਗਲਤੀ ਮੇਰੀ ਨਹੀਂ, ਜੇਕਰ ਮੇਰੀ ਵੀ ਹੈ ਕੀ ਮੈਂ ਤੇਰੀ ਨਹੀਂ। ਉਹ ਕਹਿੰਦਾ ਹੈ ਪਿਆਰ ਤੇ ਜੰਗ ਵਿੱਚ ਜਾਇਜ਼ ਸਭ, ਮੈਂ ਕਹਿੰਦੀ ਹਾਂ ਊਹੂੰ ਹੇਰਾ ਫੇਰੀ ਨਹੀਂ। ਮੇਰੀ ਮਨ ਤੇ ਆਪਣੇ ਰਾਹ ਪਈਏ, ਕੀ ਕਹਿਣਾ ਜਿੰਨੀ ਹੋਈ ਬਥੇਰੀ ਨਹੀਂ। ਤੇਰਾ ਪਿਆਰ ਦੀ ਖੌੜੇ ਕਿਹੜੀ ਮੰਜ਼ਿਲ ਏ, ਸਭ ਕੁਝ ਮੇਰਾ ਹੈ ਪਰ ਮਰਜ਼ੀ ਮੇਰੀ ਨਹੀਂ, ਸਭ ਕੁਝ ਮੇਰਾ ਹੈ ਪਰ ਮਰਜ਼ੀ ਮੇਰੀ ਨਹੀਂ। ਦੇਖੋ, ਸੰਯੋਗ ਤੇ ਵਿਯੋਗ ਦੇ ਦੋਵੇਂ ਭਾਵ ਹੁੰਦੇ ਆ, ਇਹ ਪਾਕਿਸਤਾਨੀ ਪੰਜਾਬੀ ਕਵਿਤਾ ਦੇ ਵਿੱਚ ਵੀ ਮੌਜੂਦ ਨੇ। ਹੁਣ ਤੱਕ ਆਪਾਂ ਪਾਕਿਸਤਾਨੀ ਪੰਜਾਬੀ ਕਵਿਤਾ ਦੇ ਵਿਸ਼ਿਆਂ ਬਾਰੇ ਗੱਲ ਕੀਤੀ, ਤਾਂ ਮੈਨੂੰ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਕਿ ਜਿਹੋ ਜਿਹਾ ਕੁਝ ਭਾਰਤੀ ਪੰਜਾਬੀ ਕਵਿਤਾ ਦੇ ਵਿੱਚ ਆ, ਲਗਭਗ ਉਹੋ ਜਿਹਾ ਕੁਝ ਹੀ ਪਾਕਿਸਤਾਨੀ ਪੰਜਾਬੀ ਕਵਿਤਾ ਦੇ ਵਿੱਚ ਆ।
ਪਰ ਇਸ ਦੇ ਬਾਵਜੂਦ ਪਾਕਿਸਤਾਨੀ ਪੰਜਾਬੀ ਕਵਿਤਾ ਦੀ ਜੇ ਅਸੀਂ ਕੁਝ ਵਿਲੱਖਣਤਾਵਾਂ ਕੱਢਣੀਆਂ ਹੋਣ, ਲੱਭਣੀਆਂ ਹੋਣ, ਤਾਂ ਉਹ 2-4 ਵਿਲੱਖਣਤਾਵਾਂ ਸਾਡੇ ਸਾਹਮਣੇ ਆਉਂਦੀਆਂ। ਉਹਨਾਂ ਵਿੱਚੋਂ ਇੱਕ ਵਿਲੱਖਣਤਾ ਤਾਂ ਇਹ ਆਉਂਦੀ ਆ ਕਿ ਜਿਹੜੀ ਭਾਰਤੀ ਪੰਜਾਬੀ ਕਵਿਤਾ ਹੈਗੀ ਆ, ਉਸ ਦੀ ਜਿਹੜੀ ਭਾਸ਼ਾ ਹੈ ਉਹ ਨਿਸ਼ਚੇ ਹੀ ਜ਼ਿਆਦਾਤਰ ਅੱਜ ਕੱਲ੍ਹ ਮਲਵਈ ਆ, ਥੋੜ੍ਹੀ ਬਹੁਤੀ ਮਾਝੀ, ਦੁਆਬੀ ਅਤੇ ਪੁਆਧੀ ਉਹਦੇ ਵਿੱਚ ਭਾਰੂ ਹੈ। ਜਦੋਂ ਕਿ ਪਾਕਿਸਤਾਨੀ ਜਿਹੜੀ ਪੰਜਾਬੀ ਕਵਿਤਾ ਹੈ ਉਹਦੇ ਵਿੱਚ ਪੋਠੋਹਾਰੀ, ਮਲਤਾਨੀ, ਝਾਂਗੀ ਅਤੇ ਮਾਝੀ ਦਾ ਜਿਹੜਾ ਰੰਗ ਆ ਉਹ ਜ਼ਿਆਦਾ ਮੌਜੂਦ ਹੈਗਾ। ਇਹ ਤਾਂ ਉਪਭਾਸ਼ਾਈ ਵਿਸ਼ੇਸ਼ਤਾ ਹੈਗੀ ਹੈ। ਪਰ ਜੇ ਅਸੀਂ ਕਹੀਏ ਕਿ ਪ੍ਰਤੀਕਾਤਮਕ ਪੱਧਰ 'ਤੇ ਵੇਖੋ, ਕੁਝ ਪ੍ਰਤੀਕ ਤਾਂ ਸਰਵ ਵਿਆਪਕ ਹੁੰਦੇ, ਉਹ ਚਾਹੇ ਅੰਗਰੇਜ਼ੀ ਹੋਵੇ, ਚਾਹੇ ਫਰੈਂਚ ਹੋਵੇ, ਚਾਹੇ ਪਾਕਿਸਤਾਨੀ ਹੋਵੇ, ਅਤੇ ਚਾਹੇ ਭਾਰਤੀ ਪੰਜਾਬੀ ਕਵਿਤਾ ਹੋਵੇ, ਅਤੇ ਚਾਹੇ ਉਸ ਵਿੱਚ ਮੌਜੂਦ ਹੀ ਰਹਿੰਦੇ ਆ, ਚਾਹੇ ਸੂਰਜ ਹੋਵੇ, ਚਾਹੇ ਚੰਨ ਹੋਵੇ, ਚਾਹੇ ਕੁਝ। ਪਰ ਜਿਹੜੇ ਪ੍ਰਤੀਕ ਨੇ ਉਹ ਸੱਭਿਆਚਾਰ ਨਾਲ ਬੱਝੇ ਹੁੰਦੇ ਆ, ਉਹ ਕਿਸੇ ਖਿੱਤੇ ਦੀ ਵਿਸ਼ੇਸ਼ਤਾ ਹੁੰਦੇ ਆ, ਕਿਸੇ ਇਲਾਕੇ ਦੀ ਵਿਸ਼ੇਸ਼ਤਾ ਹੁੰਦੇ ਆ। ਪੰਜਾਬੀ ਭਾਸ਼ਾ ਦੇ ਵਿੱਚ ਜਿਹੜੀ ਹੀਰ, ਕੈਦੋਂ, ਸੈਦਾ, ਹੀਰ ਅਤੇ ਜਿਹੜਾ ਰਾਂਝਾ ਹੈ, ਇਹ ਪ੍ਰਤੀਕ ਵਜੋਂ ਵੀ ਆਏ ਆ, ਅਤੇ ਇਹ ਸੱਭਿਆਚਾਰਕ ਪਿਛੋਕੜ ਦੀ ਕਹਾਣੀ ਜਾਂ ਚਿੰਨ੍ਹ ਵਜੋਂ ਵੀ ਆਏ ਆ। ਇਹਨਾਂ ਦੀ ਭਰਵੀਂ ਵਰਤੋਂ ਆ ਜਿਹੜੀ ਉਹ ਪਾਕਿਸਤਾਨੀ ਪੰਜਾਬੀ ਕਵਿਤਾ ਦੇ ਵਿੱਚ ਹੁੰਦੀ ਹੈ। ਜੇ ਅਸੀਂ ਰੂਪ ਪੱਖੋਂ ਵੇਖੀਏ ਤਾਂ ਪਾਕਿਸਤਾਨੀ ਪੰਜਾਬੀ ਕਵਿਤਾ ਦੇ ਵਿੱਚ ਭਾਵੇਂ ਸਾਰੇ ਹੀ ਰੂਪ ਮਿਲਦੇ ਆ, ਪਰ 2 ਰੂਪਾਂ ਦੀ ਉੱਥੇ ਪ੍ਰਮੁੱਖਤਾ ਹੈ। ਇੱਕ ਜਿਹਨੂੰ ਅਸੀਂ ਆਜ਼ਾਦ ਨਜ਼ਮ ਕਹਿੰਦੇ ਹਾਂ ਜਾਂ ਖੁੱਲ੍ਹੀ ਨਜ਼ਮ ਕਹਿੰਦੇ ਹਾਂ, ਅਤੇ ਦੂਸਰੀ ਗਜ਼ਲ। ਅਤੇ ਜਿਹੜੀ ਗਜ਼ਲ ਹੈਗੀ ਆ ਉਸ ਵਿੱਚ ਜਿਹੜਾ ਉਰਦੂ ਅਰੂਜ਼ ਦਾ ਜਾਂ ਫਾਰਸੀ ਅਰੂਜ਼ ਦਾ ਜਿਹੜਾ ਅਸਰ ਆ ਉਹ ਵਧੇਰੇ ਦਿਖਾਈ ਦਿੰਦਾ ਹੈਗਾ। ਇੱਥੋਂ ਤੱਕ ਕਿ ਜੇ ਅਸੀਂ ਉਹਦੇ ਕਾਫੀਏ ਦੇਖੀਏ ਤਾਂ ਕਈ ਵਾਰੀ ਜਿਹੜੇ ਕਾਫੀਆ ਹੈਗਾ ਉਹ ਚਾਹੇ ਤਦਬੀਰਾਂ ਹੋਣ, ਚਾਹੇ ਤਾਬੀਰਾਂ ਹੋਣ, ਚਾਹੇ ਤਕਦੀਰਾਂ ਹੋਣ, ਚਾਹੇ ਤਸੀਰਾਂ ਹੋਣ, ਇੱਕ ਤਰ੍ਹਾਂ ਨਾਲ ਇਹ ਕਿ ਜਿਹੜੇ ਸਾਰੇ ਦੇ ਸਾਰੇ ਜਿਹੜੇ ਉਰਦੂ ਦੇ ਸ਼ਬਦ ਨੇ ਉਹਨਾਂ ਨਾਲ ਹੀ ਕਈ ਵਾਰ ਜਿਹੜੀ ਉੱਥੇ ਜਿਹਨੂੰ ਕਹਿੰਦੇ ਆ ਕਿ ਕਾਫੀਆ ਜੋੜਿਆ ਮਿਲਦਾ ਹੈਗਾ। ਮੈਂ ਇਹ ਵੀ ਗੱਲ ਕਹਿ ਸਕਦਾ ਹੈਗਾ ਕਿ ਜਦੋਂ ਅਸੀਂ ਪਾਕਿਸਤਾਨੀ ਪੰਜਾਬੀ ਕਵਿਤਾ ਦੇ ਬਾਰੇ ਗੱਲ ਕਰਦੇ ਹਾਂ ਤਾਂ ਉਸ ਕਵਿਤਾ ਦੇ ਵਿੱਚ ਜਿਹੜੇ ਲੋਕ ਕਾਵਿ ਰੂਪ ਨੇ ਉਹਨਾਂ ਦੀ ਵੀ ਵਰਤੋਂ ਹੁੰਦੀ ਹੈ, ਚਾਹੇ ਬੋਲੀਆਂ ਹੋਣ, ਚਾਹੇ ਦੋਹੇ ਹੋਣ, ਇੱਥੋਂ ਤੱਕ ਕਿ ਆਧੁਨਿਕ ਵਾਰਾਂ ਵੀ ਲਿਖੀਆਂ ਗਈਆਂ ਹੈਗੀਆਂ। ਭਾਵੇਂ ਉਹ ਉਸ ਤਰ੍ਹਾਂ ਦੀ ਵਾਰ ਤਾਂ ਨਹੀਂ, ਰਵਾਇਤੀ ਜਿਹੜੀ ਕਾਫੀ ਆ ਉਸ ਦੇ ਖਿਆਲ ਦੇ ਵਿੱਚ ਬੈਂਤ ਵੀ ਜਿਹੜਾ ਹੈਗਾ ਉਹ ਵੀ ਉਹਦੇ ਵਿੱਚ ਸਾਨੂੰ ਮੌਜੂਦ ਮਿਲਦਾ ਹੈਗਾ। ਤੋ ਪਾਕਿਸਤਾਨੀ ਪੰਜਾਬੀ ਕਵਿਤਾ ਦੇ ਰੂਪ ਬਾਰੇ ਬਹੁਤ ਸਾਰੀਆਂ ਗੱਲਾਂ ਕਰਨ ਚਾਹੁੰਦਾ। ਉੱਥੇ ਖੁੱਲ੍ਹੀਆਂ ਕਵਿਤਾਵਾਂ ਅਤੇ ਛੋਟੀਆਂ ਕਵਿਤਾਵਾਂ, ਜਿਹਨਾਂ ਨੂੰ ਅਸੀਂ ਮਿੰਨੀ ਕਵਿਤਾਵਾਂ ਕਹਿ ਦਿੰਦੇ, ਨਜ਼ਮ ਹੈ, ਉਹ ਕਾਵਿ ਰੂਪ ਵੀ ਮਿਲਦਾ ਹੈਗਾ। ਅੰਤ ਦੇ ਵਿੱਚ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਪਾਕਿਸਤਾਨੀ ਜਿਹੜਾ ਪੰਜਾਬੀ ਸਾਹਿਤ ਆ ਉਹਦੀਆਂ ਸਾਡੇ ਨਾਲ ਸਾਂਝਾਂ ਹੈ। ਸਭ ਤੋਂ ਵੱਡੀ ਸਾਂਝ ਆ ਜਿਹੜੀ ਉਹ ਸਾਡੀ ਬੋਲੀ ਦੀ ਸਾਂਝ ਆ, ਸਾਡੀ ਜ਼ਬਾਨ ਦੀ ਸਾਂਝ ਆ, ਸਾਡੀ ਭਾਸ਼ਾ ਦੀ ਸਾਂਝ ਆ। ਇਹ ਜਿਹੜੀ ਸਾਂਝ ਆ ਸਾਨੂੰ ਇਕਜੁੱਟ ਕਰਦੀ ਆ, ਪਰ ਇਸ ਦੇ ਨਾਲ ਹੀ ਇੱਕ ਜਿਹੜੀ ਸਾਡੀ ਜਿਹੜਾ ਕਹਿ ਸਕਦੇ ਹਾਂ ਕਿ ਜਿਹੜਾ ਭਾਰਤੀ ਪੰਜਾਬੀ ਕਵਿਤਾ ਹੈ ਉਹ ਗੁਰਮੁਖੀ ਲਿਪੀ ਦੇ ਵਿੱਚ, ਜਿਹੜੀ ਪਾਕਿਸਤਾਨੀ ਪੰਜਾਬੀ ਕਵਿਤਾ ਹੈ ਉਹ ਸ਼ਾਹਮੁਖੀ ਜਾਂ ਉਰਦੂ ਲਿਪੀ ਦੇ ਵਿੱਚ ਲਿਖੀ ਜਾਂਦੀ ਹੈ। ਇਹ ਸਾਡਾ ਜਿਹੜਾ ਵਖਰੇਵਾਂ ਹੈ ਜਾਂ ਇਹ ਸਾਡਾ ਜਿਹੜਾ ਪਾੜਾ ਹੈ ਉਹ ਸਾਨੂੰ ਅੱਡ ਵੀ ਕਰਦਾ ਹੈ ਕਿ ਇਹਦੇ ਕਰਕੇ ਹੀ ਅਸੀਂ ਉਹਨਾਂ ਦੇ ਸਾਹਿਤ ਨੂੰ ਸਿੱਧੇ ਤੌਰ 'ਤੇ ਨਹੀਂ ਪੜ੍ਹ ਸਕਦੇ, ਉਹ ਸਾਡੇ ਨੂੰ ਨਹੀਂ ਪੜ੍ਹ ਸਕਦੇ। ਇਸ ਲਈ ਸਾਨੂੰ ਲਿਪੀ ਅੰਤਰ ਦਾ ਸਹਾਰਾ ਲੈਣਾ ਪੈਂਦਾ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਗੱਲ ਦੀ ਆਸ ਕਰੀਏ ਕਿ ਜਿਹੜੀ ਟੈਕਨੋਲੋਜੀ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ, ਟੈਕਨੋਲੋਜੀ ਦੇ ਵਿੱਚ ਜਿਹੜੀ ਤਰੱਕੀ ਹੋ ਰਹੀ ਹੈ, ਉਹਦੇ ਨਾਲ ਅਜਿਹੇ ਸੌਫਟਵੇਅਰ ਹੋਂਦ ਵਿੱਚ ਆਉਣਗੇ ਕਿ ਜਿਹਦੇ ਨਾਲ ਸ਼ਾਹਮੁਖੀ ਜਾਂ ਉਰਦੂ ਦੇ ਵਿੱਚ ਫਾਰਸੀ ਅੱਖਰਾਂ ਦੇ ਵਿੱਚ ਲਿਖੇ ਨੂੰ ਅਸੀਂ ਗੁਰਮੁਖੀ ਦੇ ਵਿੱਚ ਪੜ੍ਹ ਸਕੀਏ ਅਤੇ ਗੁਰਮੁਖੀ ਵਿੱਚ ਲਿਖੇ ਨੂੰ ਜਿਹੜੇ ਪਾਕਿਸਤਾਨੀ ਵੀਰ ਆ ਉਹ ਤੁਰੰਤ ਪੜ੍ਹ ਸਕਣ। ਇਹ ਸਾਡਾ ਇੱਕ ਪੱਖ ਆ ਜਿਹੜਾ ਭਾਸ਼ਾ ਸਾਨੂੰ ਜੋੜਦੀ ਹੈ ਅਤੇ ਲਿਪੀ ਸਾਨੂੰ ਤੋੜਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਸੱਭਿਆਚਾਰ ਹੈਗਾ, ਸੱਭਿਆਚਾਰਕ ਪੱਖ ਤੋਂ ਜਿਹੜਾ ਸਾਡਾ ਪਿਛੋਕੜ ਆ, ਉਹ ਚਾਹੇ ਹੀਰ ਹੋਵੇ, ਚਾਹੇ ਰਾਂਝਾ ਹੋਵੇ, ਚਾਹੇ ਦੁੱਲਾ ਹੋਵੇ, ਚਾਹੇ ਭਗਤ ਸਿੰਘ ਹੋਵੇ, ਉਹ ਸਾਡਾ ਸਾਂਝਾ, ਸਾਡਾ ਅਦਬੀ ਵਿਰਸਾ ਸਾਂਝਾ, ਚਾਹੇ ਦਮੋਦਰ ਹੋਵੇ, ਚਾਹੇ ਵਾਰਿਸ ਸ਼ਾਹ ਹੋਵੇ, ਚਾਹੇ ਅਹਿਮਦ ਗੁੱਜਰ ਹੋਵੇ, ਚਾਹੇ ਬਾਬਾ ਫਰੀਦ ਹੋਵੇ, ਚਾਹੇ ਬੁੱਲੇ ਸ਼ਾਹ ਹੋਵੇ, ਚਾਹੇ ਸ਼ਾਹ ਹੁਸੈਨ ਹੋਵੇ, ਚਾਹੇ ਬਾਬਾ ਨਾਨਕ ਹੋਵੇ, ਇਹ ਸਾਡਾ ਸਾਂਝਾ ਵਿਰਸਾ ਹੈਗਾ। ਪਰ ਜਿਹੜਾ ਸਾਨੂੰ ਤੋੜ ਦਿੰਦਾ ਉਹ ਧਰਮ ਤੋੜ ਦਿੰਦਾ ਕਿ ਜਿਹੜਾ ਪਾਕਿਸਤਾਨ ਆ ਉਹਦੇ ਵਿੱਚ ਜਿਹੜੀ ਬਹੁ ਗਿਣਤੀ ਹੈ ਉਹ ਮੁਸਲਮਾਨ ਧਰਮ ਨੂੰ ਮੰਨਣ ਵਾਲੀ ਹੈ ਅਤੇ ਉਹਨਾਂ ਦਾ ਕੁਝ ਜਿਹੜੀਆਂ ਰਸਮਾਂ ਨੇ, ਕੁਝ ਜਿਹੜੀਆਂ ਰਵਾਇਤਾਂ ਨੇ ਉਹ ਸਾਡੇ ਤੋਂ ਵੱਖਰੀਆਂ ਵੀ ਆ। ਭਾਰਤ ਪੰਜਾਬ ਦੇ ਵਿੱਚ ਸਿਰਫ ਮਲੇਰਕੋਟਲੇ ਨੂੰ ਛੱਡ ਕੇ ਬਾਕੀ ਥਾਵਾਂ ਦੇ ਵਿੱਚ ਜਿਹੜੀ ਮੁਸਲਮਾਨ ਗਿਣਤੀ ਆ ਬਹੁਤ ਅਲਪ ਸੰਖਿਅਕ ਆ, ਬਹੁਤ ਥੋੜ੍ਹੀ ਮਾਤਰਾ ਦੇ ਵਿੱਚ। ਤਾਂ ਧਰਮ ਸਾਨੂੰ ਥੋੜ੍ਹਾ ਜਿਹਾ ਇੱਕ ਦੂਸਰੇ ਤੋਂ ਵੱਖਰਾ ਵੀ ਕਰ ਦਿੰਦਾ ਹੈਗਾ।
ਅਗਲੀ ਜਿਹੜੀ ਗੱਲ ਹੈਗੀ ਹੈ ਕਿ ਜਿਹੜੀ ਪਾਕਿਸਤਾਨੀ ਪੰਜਾਬੀ ਕਵਿਤਾ ਉਹਦੇ ਵਿੱਚ ਬਹੁਤ ਸਾਰੇ ਜਿਹੜੀ ਹਵਾਲੇ ਨੇ ਉਹ ਇਹ ਕਿ ਉੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਲੰਮਾ ਸਮਾਂ ਜਮਹੂਰੀਅਤ ਨਹੀਂ ਰਹੀ, ਆਮ ਕਰਕੇ ਉੱਥੇ ਕਿ ਫੌਜੀ ਰਾਜ ਤੇ ਡਿਕਟੇਟਰਸ਼ਿਪ ਵੀ ਰਿਹਾ। ਜਦੋਂ ਭਾਰਤ ਦੇ ਵਿੱਚ ਲਗਭਗ ਜਦੋਂ ਤੋਂ ਦੇਸ਼ ਆਜ਼ਾਦ ਹੋਇਆ, ਸਿਰਫ ਜੇ ਅਸੀਂ ਐਮਰਜੈਂਸੀ ਦੇ 1 ਸਾਲ ਨੂੰ ਛੱਡ ਦਈਏ ਤਾਂ ਹਮੇਸ਼ਾ ਜਿਹੜੀ ਜਮਹੂਰੀਅਤ ਆ ਜਾਂ ਡੈਮੋਕ੍ਰੇਸੀ ਆ ਉਹ ਰਹੀ ਆ। ਤਾਂ ਪਾਕਿਸਤਾਨ ਦੇ ਵਿੱਚ ਉਹ ਨਾ ਰਹਿਣ ਕਰਕੇ ਜਦੋਂ ਮਾਰਸ਼ਲ ਲਾ ਲੱਗਦਾ ਹੈ ਜਾਂ ਮਾਰਸ਼ਲ ਲਾ ਲੱਗਿਆ ਜਾਂ ਫੌਜੀ ਰਾਜ ਜਾਂ ਡਿਕਟੇਟਰਸ਼ਿਪ ਅਧੀਨ ਜਿਹੜਾ ਉਹ ਦਬਾਅ ਪੈਂਦਾ ਹੈ, ਆਵਾਮ 'ਤੇ ਦਬਾਅ ਪੈਂਦਾ ਹੈ, ਖਾਸ ਕਰਕੇ ਰੌਸ਼ਨ ਦਿਮਾਗ ਲੋਕਾਂ 'ਤੇ ਸ਼ਾਇਰਾਂ 'ਤੇ ਦਬਾਅ ਪੈਂਦਾ ਹੈ, ਉਹ ਵੀ ਸਾਨੂੰ ਉੱਥੋਂ ਦੀ ਕਵਿਤਾ ਦੇ ਵਿੱਚ ਮਿਲਦਾ ਹੈ। ਜੇ ਅਸੀਂ ਇਸ ਪ੍ਰਸੰਗ ਦੇ ਵਿੱਚ ਜੇ ਅਸੀਂ ਫਖਰ ਜ਼ਮਾਨ ਦੀ ਡਰਾਇੰਗ ਰੂਮ ਵਿੱਚ ਚਿੜੀ ਕਵਿਤਾ ਪੜ੍ਹੀਏ ਤਾਂ ਸਾਨੂੰ ਸਪਸ਼ਟ ਹੁੰਦਾ ਹੈ ਕਿ ਕਿਸ ਤਰ੍ਹਾਂ ਮਾਰਸ਼ਲ ਲਾ ਦੇ ਵਿੱਚ ਆਮ ਲੋਕਾਂ ਦਾ ਜਿਹੜਾ ਦਮ ਘੁੱਟਿਆ ਜਾਂਦਾ ਹੈ। ਤਾਂ ਇਹ ਸਾਡੀਆਂ ਸਾਂਝਾਂ ਵੀ ਆ ਅਤੇ ਸਾਡੇ ਕੁਝ ਫਰਕ ਵੀ ਨੇ। ਇਸ ਦੇ ਬਾਵਜੂਦ ਮੈਂ ਸਮਝਦਾ ਹਾਂ ਕਿ ਜਿਵੇਂ ਅੰਗਰੇਜ਼ੀ ਕਵਿਤਾ ਭਾਵੇਂ ਬ੍ਰਿਟੇਨ 'ਚ ਲਿਖੀ ਜਾਂਦੀ ਹੋਵੇ, ਚਾਹੇ ਇੰਗਲੈਂਡ 'ਚ ਲਿਖੀ ਅੰਗਰੇਜ਼ੀ ਕਵਿਤਾ ਭਾਵੇਂ ਇੰਗਲੈਂਡ 'ਚ ਲਿਖੀ ਜਾਂਦੀ ਹੋਵੇ, ਚਾਹੇ ਅਮਰੀਕਾ 'ਚ ਲਿਖੀ ਜਾਂਦੀ ਹੋਵੇ, ਚਾਹੇ ਕੈਨੇਡਾ 'ਚ ਲਿਖੀ ਜਾਂਦੀ ਹੋਵੇ, ਚਾਹੇ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ 'ਚ ਲਿਖੀ ਜਾਂਦੀ ਹੋਵੇ, ਤਾਂ ਚਾਹੇ ਉਹ ਦੱਖਣੀ ਅਫਰੀਕਾ ਦੇ ਵਿੱਚ ਲਿਖੀ ਜਾਂਦੀ ਹੋਵੇ ਅਤੇ ਚਾਹੇ ਉਹ ਕਿਸੇ ਤੀਜੀ ਦੁਨੀਆ ਦੇ ਹੋਰ ਮੁਲਕ ਭਾਰਤ ਪਾਕਿਸਤਾਨ ਵਿੱਚ ਲਿਖੀ ਜਾਂਦੀ ਹੋਵੇ, ਹਰ ਹਾਲਤ ਵਿੱਚ ਅੰਗਰੇਜ਼ੀ ਕਵਿਤਾ ਹੈ। ਪਰ ਉਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਬਲੈਕ ਪੋਇਟਰੀ ਆ, ਇਹ ਇੱਕ ਅਮਰੀਕਨ ਪੋਇਟਰੀ ਆ। ਇਹ ਇਸੇ ਤਰ੍ਹਾਂ ਹੀ ਇੱਕ ਅਕਾਦਮਿਕ ਲੋੜ ਲਈ ਅਸੀਂ ਇਸ ਨੂੰ ਵੰਡਦੇ ਹਾਂ ਕਿ ਇਹ ਪਾਕਿਸਤਾਨੀ ਪੰਜਾਬੀ ਕਵਿਤਾ ਹੈ, ਇਹ ਪ੍ਰਵਾਸੀ ਪੰਜਾਬੀ ਕਵਿਤਾ ਹੈ, ਇਹ ਭਾਰਤੀ ਪੰਜਾਬੀ ਕਵਿਤਾ ਹੈ। ਵੈਸੇ ਜਿਹੜੀ ਕਵਿਤਾ ਹੈ ਉਹ ਕਵਿਤਾ ਹੁੰਦੀ ਹੈ। ਇਸ ਪੁਸਤਕ ਦੇ ਵਿੱਚ ਪਾਕਿਸਤਾਨੀ ਪੰਜਾਬੀ ਕਵਿਤਾ ਹੈ, ਜਿਵੇਂ ਪਹਿਲਾਂ ਤੁਹਾਡੇ ਨਾਲ ਜ਼ਿਕਰ ਕਰ ਚੁੱਕਿਆ, ਇਹਦੇ ਵਿੱਚ 58 ਸ਼ਾਇਰ ਨੇ। ਮੈਂ ਉਹਨਾਂ ਸ਼ਾਇਰਾਂ ਦੀ ਲਿਸਟ ਜ਼ਰੂਰ ਪੜ੍ਹਨੀ ਚਾਹੁੰਦਾ ਤਾਂ ਕਿ ਜਿਹੜੇ ਹੁਣ ਤੱਕ ਵੀਡੀਓ ਵੇਖਦੇ ਪਏ ਆ ਉਹਨਾਂ ਨੂੰ ਪਤਾ ਲੱਗ ਜੇ ਕਿ ਇਸ ਕਵਿਤਾ ਦੇ ਵਿੱਚ ਕੀ ਆ। ਇਸ ਕਵਿਤਾ ਦੇ ਵਿੱਚ ਉਸਤਾਦ ਦਾਮਨ ਉਮਰ ਗਣੀ, ਅਸਲਮ ਕੌਲਸਰੀ, ਅਹਿਮਦ ਸਲੀਮ, ਅਹਿਮਦ ਰਾਹੀ, ਅਖਲਾਕ ਆਤਫ, ਅਨਵਰ ਅਦਾਸ, ਅਨਵਰ ਮਸੂਦ, ਅਫਜ਼ਲ ਹਸਨ ਰੰਧਾਵਾ, ਅਫਜ਼ਲ ਸਾਹਰ, ਅਫਜ਼ਲ ਤਸੀਫ, ਅਬਦੁਲ ਕਰੀਮ ਕੁਦਸੀ, ਅਬਦੁਲ ਕਦੂਸ ਕੈਫੀ, ਆਸਫ ਸ਼ਾਹਕਾਰ, ਆਦਲੀ ਸਦੀਕੀ, ਆਬਦ ਅਮੀਰ, ਇਕਬਾਲ ਸਲਾਹੁद्दीन, ਆਬਾਦ ਨਬੀਲ, ਸ਼ਾਦ, ਇਰਸ਼ਾਦ ਫਿਰੋਜ਼ਪੁਰੀ, ਇਰਫਾਨ ਮਲਿਕ, ਸ਼ਰੀਫ ਕੰਜਾਹੀ, ਸਲੀਮ ਕਾਸਰ, शाइस्ता हबीब, साबर अली साबर, सारब हकीम, नासर हबीब, जालब, हमायूं परवेज, शाहिद, खावर राजा, गुलाम हुसैन साजिद, गुलाम मुस्तफ़ा बिस्मिल, जफ़र इकबाल, तुजुमुल कलीम, तनवीर बुखारी, तारक गुजर, ताहिर सरा, तफ़ैल खलस, नसरीन अंजम पट्टी, नजम हुसैन सैयद, नज़ीर कैसर, नादिर जाजवी, पीर फजल गुजराती, फ़खर ज़मान, बशीर आबद, बशीर मुंजर, बाबा नज़मी, बुशरा आज़ाज़, मसूद अहमद चौधरी, महमूद अवान, मजहर तिरमिज़ी, मंजूर वज़ीराबादी, मोहम्मद अब्बास मिर्ज़ा, मनीर नियाज़ी, मनु भाई, राउफ शेख, रशीद अनवर, रियाज़ अहमद शाद ते रियाज सजानवी शामिल ने। एक तरह नाल नवें पुराने दोहां तरह के जिहड़े शायर आ ਇਹਦੇ ਵਿੱਚ ਸ਼ਾਮਲ ਨੇ। ਜੇ ਸਭ ਤੋਂ ਪਹਿਲਾਂ ਮੁੱਢਲੇ ਕਵੀ ਜੇ ਦੇਖੀਏ ਉਸਤਾਦ ਦਾਮਨ ਅਤੇ ਅਹਿਮਦ ਰਾਹੀ ਜੇ ਇਹਦੇ ਵਿੱਚ ਸ਼ਾਮਲ ਨੇ, ਤਾਂ ਸਮਕਾਲੀ ਸਮੇਂ ਦੇ ਵਿੱਚ ਜਿਹੜੇ ਰਚਨ ਵਾਲੇ ਸ਼ਾਇਰ ਨੇ, ਜਿਹੜੇ ਪ੍ਰਸਿੱਧ ਸ਼ਾਇਰ ਨੇ, ਉਹ ਵੀ ਜੇ ਇਹਦੇ ਵਿੱਚ ਸ਼ਾਮਲ ਨੇ। ਤਾਂ ਬਾਬਾ ਨਜ਼ਮੀ ਵਰਗੇ ਅਤੇ ਜਿਹੜੇ ਕਿਹਾ ਜਾ ਸਕਦਾ ਹੈਗਾ ਕਿ ਅਫਜ਼ਲ ਸਾਹਰ ਵਰਗੇ ਜਿਹੜੇ ਸਾਡੇ ਸਮਕਾਲੀ ਸ਼ਾਇਰ ਆ ਉਹ ਵੀ ਇਹਦੇ ਵਿੱਚ ਸ਼ਾਮਲ ਨੇ। ਮੈਂ ਇਸ ਸੰਗ੍ਰਹਿ ਨੂੰ ਬਣਾਉਣ ਦੇ ਲਈ, ਇਸ ਸੰਗ੍ਰਹਿ ਨੂੰ ਤਿਆਰ ਕਰਨ ਵਾਲੇ ਜਸਵਿੰਦਰ ਸਿੰਘ ਸੈਣੀ ਅਤੇ ਪਰਮਜੀਤ ਸਿੰਘ ਮੀਸ਼ਾ ਨੂੰ ਮੁਬਾਰਕਬਾਦ ਪੇਸ਼ ਕਰਦਾ ਹੈਗਾ ਅਤੇ ਇਸ ਗੱਲ ਦੀ ਵੀ ਆਸ ਕਰਦਾ ਕਿ ਇਹ ਗ੍ਰੇਸ਼ੀਅਸ ਪ੍ਰਕਾਸ਼ਕ ਵੱਲੋਂ ਜਿਹੜੀ ਛਾਪੀ ਆ ਪੁਸਤਕ, ਇਹਦਾ ਜਦੋਂ ਅਗਲਾ ਐਡੀਸ਼ਨ ਆਵੇਗਾ ਅਤੇ ਇਸ ਵਿੱਚ ਜਿਹੜੀਆਂ ਸ਼ਬਦ ਜੋੜਾਂ ਦੀਆਂ ਗਲਤੀਆਂ ਉਹ ਗਲਤੀਆਂ ਦੂਰ ਕਰ ਦਿੱਤੀਆਂ ਜਾਣਗੀਆਂ। ਹੋਰ ਵੀ ਚੰਗਾ ਹੋਵੇ ਜੇ ਲੇਖਕਾਂ ਦੇ ਬਾਰੇ ਵੀ ਇਸ ਵਿੱਚ ਨੋਟ ਆ ਜਾਵੇ ਕਿ ਲੇਖ, ਤਾਂ ਕਿ ਪਾਠਕ ਨੂੰ ਇਹ ਪਤਾ ਲੱਗ ਸਕੇ ਕਿ ਕਿਹੜਾ ਜਿਹੜਾ ਲੇਖਕ ਆ ਉਹਦੀ ਜਿਹੜੀ ਰਚਨਾ ਹੈ ਉਹ ਕਦੋਂ ਕੁ ਲਿਖੀ ਹੋਈ ਆ, ਤਾਂ ਉਸ ਦਾ ਇਤਿਹਾਸਕ ਪੱਖੋਂ ਉਹ ਮੁਲਾਂਕਣ ਕਰ ਸਕੇ। ਆਪਣੇ ਆਪ ਵਿੱਚ ਇਸ ਜਿਹੜੀਆਂ ਸੰਗ੍ਰਹਿ ਆ ਉਸ ਬਾਰੇ ਜਿਹੜੀ ਅੱਜ ਦੀ ਵਿਚਾਰ ਚਰਚਾ ਹੈ, ਇਸ ਨੂੰ ਆਪਾਂ ਵਿਰਾਮ ਦਿੰਦੇ ਹਾਂ। ਪਰ ਵਿਰਾਮ ਦੇਣ ਤੋਂ ਪਹਿਲਾਂ ਮੈਂ ਇਸੇ ਵਿੱਚੋਂ ਹੀ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਧਰਤੀ ਨੂੰ ਰੁਸ਼ਨਾ ਦੇਵਾਂਗਾ, ਮੇਰੇ ਨਾਲ ਖਲੋ ਤੇ ਸਹੀ,
ਨੇਰਿਆਂ ਨੂੰ ਕਫਨਾ ਦਿਆਂਗਾ ਮੇਰੇ ਨਾਲ ਖਲੋ ਤੇ ਸਹੀ। ਲਹੂ ਦਾ ਵੱਤਰ ਦੇ ਕੇ ਭੋਏ ਚੋਂ ਸੱਜਰੇ ਫੁੱਲ ਖੜਾਵਾਂਗਾ। ਸਹਿਰਾ ਵੀ ਮਹਿਕਾ ਦੇਵਾਂਗਾ ਮੇਰੇ ਨਾਲ ਖਲੋ ਤੇ ਸਹੀ। ਮੈਂ ਛੇੜਾਂਗਾ ਪਿਆਰ ਦੇ ਨਗਮੇ ਦਿਲ ਦੇ ਫੁੱਲ ਖੜਾਵਾਂਗਾ। ਸੁੱਤੀ ਆਸ ਜਗਾ ਦੇਵਾਂਗਾ ਮੇਰੇ ਨਾਲ ਖਲੋ ਤੇ ਸਹੀ। ਨਵੇਂ ਖਿਆਲਾਂ ਦੀ ਖੁਸ਼ਬੂ ਨਾਲ ਜਿਨ੍ਹਾਂ ਨੂੰ ਰੁਸ਼ਨਾਵਾਂਗਾ। ਮੱਘਰ ਚੇਤ ਬਣਾ ਦੇਵਾਂਗਾ ਮੇਰੇ ਨਾਲ ਖਲੋ ਤੇ ਸਹੀ। ਮੈਂ ਹੁੱਸੜ ਦੇ ਮੌਸਮ ਅੰਦਰ ਸੌਣ ਦਾ ਮੀਂਹ ਬਰਸਾਵਾਂਗਾ। ਰੁੱਤ ਰੰਗੀਨ ਬਣਾ ਦੇਵਾਂਗਾ ਮੇਰੇ ਨਾਲ ਖਲੋ ਤੇ ਸਹੀ। ਵੇੜਾ ਚੀਰ ਕੇ ਪਹੁੰਚਾਂਗਾ ਮੈਂ ਜ਼ਾਲਮ ਦਿਆਂ ਅਵਾਨਾਂ ਤੀਕਰ। ਝੂਠ ਦੇ ਬੁੱਤ ਗਰਾ ਦੇਵਾਂਗਾ ਮੇਰੇ ਨਾਲ ਖਲੋ ਤੇ ਸਹੀ। ਤੇਰੀ ਮੇਰੀ ਰਾਹ ਵਿੱਚ ਲੋਕਾਂ ਜੋ ਦੀਵਾਰ ਬਣਾਈ ਏ ਉਹ ਦੀਵਾਰ ਹਟਾ ਦੇਵਾਂਗਾ ਮੇਰੇ ਨਾਲ ਖਲੋ ਤੇ ਸਹੀ। ਚੈਨ ਸਕੂਨ ਜਿਹਨੇ ਲੁੱਟਿਆ ਸ਼ਹਿਦ ਸ਼ਹਿਰ ਦੇ ਲੋਕਾਂ ਦਾ ਉਹਦੀ ਕਬਰ ਬਣਾ ਦੇਵਾਂਗਾ ਮੇਰੇ ਨਾਲ ਖਲੋ ਤੇ ਸਹੀ। ਤੇਰੀ ਮੇਰੀ ਰਾਹ ਵਿੱਚ ਲੋਕਾਂ ਜੋ ਦੀਵਾਰ ਬਣਾਈ ਆ ਉਹ ਦੀਵਾਰ ਹਟਾ ਦੇਵਾਂਗਾ ਮੇਰੇ ਨਾਲ ਖਲੋ ਤਾਂ ਸਹੀ। ਅਤੇ ਮੈਂ ਵੀ ਇਹ ਕਹਿੰਦਾ ਕਿ ਕਾਸ਼ ਇਹ ਜਿਹੜੀਆਂ ਹੱਦਾਂ ਸਰਹੱਦਾਂ ਉਹ ਖਤਮ ਹੋ ਜਾਣ ਜਾਂ ਢਿੱਲੀਆਂ ਪੈ ਜਾਣ ਅਤੇ ਇੱਧਰਲੇ ਪੰਜਾਬੀ ਉੱਧਰ ਅਤੇ ਉੱਧਰਲੇ ਪੰਜਾਬੀ ਇੱਧਰ ਆ ਸਕਣ ਅਤੇ ਗਲਵੱਕੜੀਆਂ ਪੈਣ। ਜੇ ਬਰਲਨ ਦੀ ਦੀਵਾਰ ਟੁੱਟ ਸਕਦੀ ਆ ਤਾਂ ਜਿਹੜੀ ਵਾਘੇ ਦੀ ਸਰਹੱਦ ਆ ਉਹ ਕਿਉਂ ਨਹੀਂ ਖੁੱਲ੍ਹ ਸਕਦੀ। ਉਹ ਵਾਘੇ ਦੀ ਸਰਹੱਦ ਖੁੱਲ੍ਹਣੀ ਚਾਹੀਦੀ ਆ ਤਾਂ ਕਿ ਪੰਜਾਬੀ ਜਿਹੜੇ ਉਹ ਆਪਣੀ ਅਦਬ ਨੂੰ ਆਪਣੇ ਸੱਭਿਆਚਾਰ ਨੂੰ ਗੌਰਵ ਨਾਲ ਜੀ ਸਕਣ ਅਤੇ ਉਸ 'ਤੇ ਮਾਣ ਕਰ ਸਕਣ। ਤੋ ਪਾਕਿਸਤਾਨੀ ਪੰਜਾਬੀ ਕਵਿਤਾ ਪੜ੍ਹਨ ਲਈ ਤੁਹਾਨੂੰ ਸਾਰਿਆਂ ਨੂੰ ਸੱਦਾ ਹੈ।